ਚੇਤ ਗੋਵਿੰਦ ਆਰਾਧਿਐ ਹੋਵੈ ਆਨੰਦ ਕਣਾ। ਚੇਤ ਗੋਵਿੰਦ ਆਰਾਧਿਐ ਹੋਵੈ ਆਨੰਦ ਕਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਰਸਨਾ ਨਾਮ ਪਣਾ। ਰਸਨਾ ਨਾਮ ਪਣਾ। ਚੇਤ ਗੋਵਿੰਦ ਆਰਾਧਿਐ ਹੋਵੈ ਆਨੰਦ ਕਣਾ। ਚੇਤ ਗੋਵਿੰਦ ਆਰਾਧਿਐ ਹੋਵੈ ਆਨੰਦ ਕਣਾ। ਸੰਤ ਜਨਾ ਮਿਲ ਪਾਈਐ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਰਸਨਾ ਨਾਮ ਪਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ। ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ। ਬਿਰਥਾ ਜਨਮ ਜਾਣਾ। ਬਿਰਥਾ ਜਨਮ ਜਾਣਾ। ਚੇਤ ਗੋਵਿੰਦ ਆਰਾਧਿਐ ਹੋਵੈ ਆਨੰਦ ਕਣਾ। ਚੇਤ ਗੋਵਿੰਦ ਆਰਾਧਿਐ ਹੋਵੈ ਆਨੰਦ ਕਣਾ। ਚੇਤ
ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁਖ ਗਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁਖ ਗਣਾ ਕਿਤੜਾ ਦੁਖ ਗਣਾ ਕਿਤੜਾ ਦੁਖ ਗਣਾ ਚੇਤ ਗੋਵਿੰਦ ਆਰਾਧਿਏ ਹੋਵੇ ਆਨੰਦ ਕਣਾ ਚੇਤ ਗੋਵਿੰਦ ਆਰਾਧਿਏ ਹੋਵੇ ਆਨੰਦ ਕਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਾਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਤਿਸ ਕੈ ਪਾਏ ਲਗਾ ਤਿਸ ਕੈ ਪਾਏ ਲਗਾ ਚੇਤ ਗੋਵਿੰਦ ਆਰਾਧਿਏ ਹੋਵੇ ਆਨੰਦ ਕਣਾ ਚੇਤ ਗੋਵਿੰਦ ਆਰਾਧਿਏ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਸੰਤ ਜਨਾ ਮਿਲ
ਜਨਾ ਮਿਲ ਪਾਈਐ, ਸੰਤ ਜਨਾ ਮਿਲ ਪਾਈਐ, ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਬਣਾ, ਰਸਨਾ ਨਾਮ ਬਣਾ, ਚੇਤ ਗੋਵਿੰਦ ਆਰਾਧਿਐ, ਹੋਵੇ ਆਨੰਦ ਗਣਾ, ਚੇਤ ਗੋਵਿੰਦ ਆਰਾਧਿਐ, ਹੋਵੇ ਆਨੰਦ ਗਣਾ, ਚੇਤ ਗੋਵਿੰਦ ਆਰਾਧਿਐ, ਹੋਵੇ ਆਨੰਦ ਗਣਾ। ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ, ਮਿਹਰਬਾਨ ਦਇਆਵਾਨ, ਸਰਬ ਸ਼ਕਤੀਮਾਨ, ਸੁਖ ਸ਼ਾਂਤੀ ਆਨੰਦ ਦੇਣ ਵਾਲੇ ਦਾਤੇ, ਹਾਜ਼ਰਾ ਹਜ਼ੂਰ ਪ੍ਰਤੱਖ ਗੁਰੂ, ਸਮਰੱਥ ਗੁਰੂ, ਸਰਬ ਸੁਖਾਂ ਦੇ ਦਾਤੇ ਗੁਰੂ, ਸੱਚੇ ਪਾਤਸ਼ਾਹ। ਕਹੋ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ ਅਕਾਲ ਪੁਰਖ ਜੀ ਨੇ ਕਿਰਪਾ ਕੀਤੀ, ਬੜਾ ਸੁਹਾਵਣਾ ਸੋਹਣਾ ਸਤਸੰਗ, ਨਿਰੋਲ ਅੰਮ੍ਰਿਤ ਬਾਣੀ ਦਾ ਕੀਰਤਨ, ਇਤਿਹਾਸ ਦੀ ਕਥਾ ਵਿਚਾਰ, ਜੋ ਆਪ ਜੀ ਨੂੰ ਸਾਰਿਆਂ ਨੂੰ ਸੁਣਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਕਿਸੇ ਨੇ ਕਿੰਨਾ ਸਮਾਂ ਬੈਠ ਕੇ ਕੀਰਤਨ ਸੁਣਿਆ, ਕਿੰਨਾ ਸਮਾਂ ਬੈਠ ਕੇ ਕਥਾ ਸੁਣੀ। ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਮਾਂ ਬਖਸ਼ਿਆ, ਮਿਹਰ ਕੀਤੀ ਕਿ ਉਹ ਜਿੰਨਾ ਚਿਰ ਪਰਮੇਸ਼ਰ ਪ੍ਰੇਰਨਾ ਨਾ ਦੇਵੇ ਉਹਨਾਂ ਚਿਰ ਗੱਲ ਨਹੀਂ ਬਣਦੀ ਜੀ। ਉਹ ਪ੍ਰੇਰਨਾ ਦੇਵੇ, ਬਲ ਉਦਮ ਬਖਸ਼ੇ, ਫੇਰ ਹੀ ਬੰਦਾ ਉੱਠ ਕੇ ਉਦਮ ਕਰਦਾ। ਉਦਮ ਕੀਆ ਕਰਾਇਆ, ਉਦਮ ਕੀਆ ਕਰਾਇਆ, ਉਦਮ ਕੀਤਾ ਪਰ ਪਰਮੇਸ਼ਰ ਨੇ ਕਰਵਾਇਆ ਜੀ। ਉਹਨੇ ਕਿਰਪਾ ਕੀਤੀ, ਮਿਹਰ ਕੀਤੀ। ਸੋ ਬੜੀ ਬੜੀ ਦੂਰੋਂ ਚੱਲ ਕੇ ਆਏ ਹੋ, ਆਪਣੇ ਪਿਆਰੇ ਪ੍ਰੀਤਮ ਸੱਚੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ। ਆਪਣੇ ਗੁਰੂ ਜੀ ਨੂੰ ਤੁਸੀਂ ਬੜੇ ਪਿਆਰ ਨਾਲ ਵੇਖ ਰਹੇ ਹੋ ਤੇ ਆਪਣੇ ਗੁਰੂ ਜੀ ਦੀ ਬਾਣੀ ਸੁਣ ਰਹੇ ਹੋ ਤੇ ਆਪਣਾ ਹੀ ਤੁਸੀਂ ਭਲਾ ਕਰ ਰਹੇ ਹੋ ਜੀ। ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ। ਇਹ ਸਾਰਾ ਕੰਮ ਆਪਣਾ ਹੀ ਹੈ ਜਿੰਨਾ ਵੀ ਹੈਗਾ ਜੀ, ਹੈ ਜੀ। ਆਪਣੇ ਗੁਰੂ ਜੀ ਦੇ ਦਰਸ਼ਨ ਕਰ ਰਹੇ ਜੇ, ਆਪਣੇ ਗੁਰੂ ਜੀ ਦੀਆਂ ਗੱਲਾਂ ਸੁਣ ਰਹੇ ਜੇ, ਆਪਣੇ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਜੇ ਤੇ ਆਪਣਾ ਹੀ ਤੁਸੀਂ ਭਲਾ ਕਰਨ ਰਹੇ ਜੇ। ਇਸ ਲਈ ਸ਼ੁਕਰਾਨਾ ਤੇ ਕਰਨਾ ਬਣਦਾ ਹੈ ਨਾ। ਕਰੋ ਸ਼ੁਕਰਾਨਾ। ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੁਹਾਡੇ ਮਨ ਨੂੰ ਗੁਰੂ ਜੀ ਨੇ ਬਲ ਬਖਸ਼ਿਆ ਤੇ ਗੁਰੂ ਜੀ ਨੇ ਤੁਹਾਨੂੰ ਬਿਠਾਇਆ ਤਾਂ ਤੁਸੀਂ ਬੈਠੇ ਜੇ, ਨਹੀਂ ਤੇ ਤੁਸੀਂ ਆਪਣੇ ਆਪਣੇ ਮਨ ਵਿੱਚ ਝਾਤੀ ਮਾਰ ਲਓ। ਤੁਹਾਡੇ ਵਿੱਚੋਂ ਬਹੁਤੇ ਜਾਣ ਦੇ ਇਰਾਦੇ ਵਾਲੇ ਹੀ ਸੀਗੇ ਜੀ। ਸੱਚ ਕਿ ਝੂਠ? ਜਾਣ ਦੇ ਇਰਾਦੇ ਵਾਲੇ ਸੀ ਵੀ ਟਾਈਮ ਬਹੁਤ ਹੋ ਗਿਆ ਏ। ਕੋਈ ਜਿਹੜੇ ਪੱਕੇ ਡਿਊਟੀ ਕਰਦੇ ਉਹਨਾਂ ਦਾ ਤਾਂ ਹੈ, ਉਹਨਾਂ ਤੇ ਰਹਿਣਾ ਹੀ ਸੀਗਾ, ਨਹੀਂ ਤੇ ਬਹੁਤੇ ਘਰੋਂ ਇਹੋ ਇਰਾਦਾ ਬਣਾ ਕੇ ਆਏ ਸੀ ਵੀ ਆਪਾਂ ਇੰਨੇ ਵਜੇ ਵਾਪਸ ਆ ਜਾਣਾ ਜੀ, ਹਾਂਜੀ। ਪਰ ਇਹਨਾਂ ਦੀ ਕਿਰਪਾ, ਬਲ ਬਖਸ਼ਿਆ ਸੱਚੇ ਪਾਤਸ਼ਾਹ ਨੇ ਤੁਹਾਨੂੰ। ਬੜਾ ਔਖਾ ਜੇ ਰਾਤ ਨੂੰ ਲੰਮਾ ਸਮਾਂ ਬੈਠਣਾ, ਇਹ ਬੰਦੇ ਦੇ ਵੱਸੋਂ ਬਾਹਰ ਦੀ ਗੱਲ ਹੈਗੀ ਹੈ ਜੀ। ਬਹੁਤ ਔਖਾ ਹੈ ਬੈਠਣਾ, ਪਰ ਜਦੋਂ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਫਿਰ ਔਖਾ ਨਹੀਂ ਲੱਗਦਾ। ਬਾਬਾ ਜੀ ਪੁੱਛੋ ਸਾਹਿਬ ਵਾਲੇ ਬੈਠੇ ਬੰਦਗੀ ਕਰ ਰਹੇ, ਜੱਟ ਜ਼ਿਮੀਂਦਾਰ ਰੋਜ਼ ਵੇਖਿਆ ਕਰੇ। ਇੱਕ ਦਿਨ ਬਾਬਾ ਜੀ ਦੇ ਕੋਲ ਚਲੇ ਗਿਆ, ਕਹਿੰਦਾ ਬਾਬਾ ਜੀ ਕਮਾਲ ਦੀ ਗੱਲ ਹੈ, ਕਿਤੇ 10 ਮਿੰਟ ਸਵੇਰੇ ਵਾਹਿਗੁਰੂ ਵਾਹਿਗੁਰੂ ਕਰਨਾ ਹੋਵੇ ਤਾਂ ਸਾਡੀ ਤੋਬਾ ਹੋ ਜਾਂਦੀ ਹੈ। 10 ਮਿੰਟ ਬਹਿਣਾ ਔਖਾ, ਤੇ ਜਿਉਂ ਵੇਖੀਦਾ ਤੁਸੀਂ ਤੜਕੇ ਦਾ ਚੌਂਕੜਾ ਲਾਇਆ ਤੇ ਸ਼ਾਮ ਤੱਕ ਕਿਤੇ ਅੰਗ ਨਹੀਂ ਹਿਲਾਉਂਦੇ। ਧੁੱਪ ਆਉਂਦੀ ਆ, ਛਾਂ ਆਉਂਦੀ ਆ, ਹਨੇਰੀ ਆਉਂਦੀ ਆ,
ਕਈ ਤਰ੍ਹਾਂ ਦਾ ਸਮਾਂ ਦਿਨ 'ਚ ਬਦਲਦਾ, ਪਰ ਕਹਿੰਦਾ ਮੈਂ ਕੰਮ ਕਰਦਾ ਤੁਹਾਨੂੰ ਵਹਿੰਦਾ ਰਹਿਣਾ, ਤੁਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਬੈਠੇ ਰਹਿੰਦੇ ਹੋ, ਕਿਸ ਤਰ੍ਹਾਂ ਐਡਾ ਵੱਡਾ ਚੌਂਕੜਾ ਇੰਨਾ ਜਪ ਤਪ ਕਰਦੇ ਆ, ਦੱਸੋ ਖਾਂ ਬਾਬਾ ਜੀ। ਬਾਬੇ ਕਹਿੰਦੇ ਭਲ ਕੇ ਆਈ, ਕੱਲ੍ਹ ਗੱਲ ਕਰਾਂਗੇ, ਸਵੇਰੇ ਆ ਜੀ ਸਾਡੇ ਕੋਲ। ਉਹ ਸਵੇਰੇ ਆਇਆ, ਕਹਿੰਦੇ ਬਹਿ ਜਾ ਇੱਥੇ ਸਾਡੇ ਲਾਗੇ ਬਿਠਾ ਲਿਆ, ਕਹਿੰਦੇ ਜਪ ਵਾਹਿਗੁਰੂ ਵਾਹਿਗੁਰੂ। ਮਹਾਂਪੁਰਖਾਂ ਨੇ ਆਖਿਆ, ਉਹ ਜਪਣ ਲੱਗਾ ਜੀ, ਸਾਰਾ ਦਿਨ ਅਡੋਲ ਚੌਂਕੜਾ ਲੱਗਾ ਰਿਹਾ ਜੀ। ਸ਼ਾਮ ਨੂੰ ਜਦੋਂ ਸੂਰਜ ਛਿਪ ਗਿਆ, ਬਾਬਾ ਜੀ ਨੇ ਆਵਾਜ਼ ਦਿੱਤੀ, 4 ਚੁਫੇਰਾ ਆਏ ਵੇਖ ਕੇ, ਕਹਿੰਦਾ ਹੈ ਮੈਂ ਤਾਂ ਸਵੇਰੇ ਸੁੱਖ ਤੇ ਬੈਠਾ ਸਾਂ ਤੇ ਰਾਤ ਪੈ ਗਈ ਹੁਣ ਹੈ। ਬਾਬਾ ਜੀ ਕਹਿੰਦੇ ਹੋਰ ਗੱਲਾਂ ਤੂੰ ਛੱਡ, ਪਹਿਲਾਂ ਦੱਸ ਤੂੰ ਬੈਠਾ ਕਿਸ ਤਰ੍ਹਾਂ ਰਿਹਾ। ਕਹਿੰਦਾ ਜੀ ਪਤਾ ਹੀ ਨਹੀਂ ਲੱਗਾ, ਇਹੋ ਜਿਹੀ ਮਿਹਰ ਦੀ ਨਿਗਾਹ ਤੁਹਾਂ ਕੀਤੀ, ਬਖਸ਼ਿਸ਼ ਕੀਤੀ ਹੈ। 4 ਪੈਰ ਕੋਈ ਤਕਲੀਫ ਹੀ ਨਹੀਂ ਹੋਈ। ਜਿਹੜਾ ਬੰਦਾ ਆਂਦਾ ਸੀ 10 ਮਿੰਟ ਬਹਿਣਾ ਔਖਾ ਜੀ। ਗੁਰਮੁਖੋ ਗੁਰੂ ਦੀ ਸੰਗਤ ਵਿੱਚ ਮਿਹਰਾਂ ਵਰਤਦੀਆਂ ਨੇ, ਆਖੋ ਗੱਜ ਕੇ ਸ੍ਰੀ ਵਾਹਿਗੁਰੂ। ਮਿਹਰਾਂ ਵਰਤਦੀਆਂ ਨੇ, ਬਖਸ਼ਿਸ਼ਾਂ ਵਰਤਦੀਆਂ ਨੇ, ਦਇਆ ਵਰਤਦੀ ਆ। ਜਿਹੜੇ ਬੰਦੇ 10 ਮਿੰਟ ਸਿਮਰਨ ਕਰਨ ਲੱਗਿਆ ਵੀ ਤੰਗ ਹੁੰਦੇ ਨੇ, ਉਹ ਕਈ ਘੰਟੇ ਬੈਠ ਕੇ ਕਥਾ ਕੀਰਤਨ ਸੁਣ ਸਕਦੇ ਆ ਜੀ। ਬਖਸ਼ਿਸ਼ ਵਰਤਦੀ, ਮਿਹਰ ਵਰਤਦੀ, ਕਿਰਪਾ ਵਰਤਦੀ ਹੈ ਜੀ। ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਖਾਣਾ, ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਾਣਾ। ਇਹ ਗੱਲ ਤੇ ਪੱਕੀ ਆ ਨਾ ਜੀ। ਮਹਾਰਾਜ ਚੇਤ ਦੇ ਮਹੀਨੇ ਵਿੱਚ ਸਾਨੂੰ ਸਿੱਖਿਆ ਦੇ ਰਹੇ ਨੇ, ਸਮਝਾ ਰਹੇ ਆ ਵੀ ਆਪਣੇ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਨਾਮ ਜਪੀਏ, ਸਿਮਰੀਏ ਨਾ ਜੀ, ਤੇ ਘਣਾ ਆਨੰਦ ਪ੍ਰਾਪਤ ਹੁੰਦਾ ਜੀ। ਆਨੰਦ ਇੱਕ ਇਹੋ ਜਿਹਾ ਸ਼ਬਦ ਆ ਜਿਹਦੇ ਵਿੱਚ ਸਾਰੀਆਂ ਬਖਸ਼ਿਸ਼ਾਂ, ਮਿਹਰਾਂ, ਖੁਸ਼ੀਆਂ ਸਮਾਈਆਂ ਹੋਈਆਂ ਨੇ ਜੀ। ਕਈ ਵਾਰ ਲਫ਼ਜ਼ ਇੱਕ ਹੁੰਦਾ ਤੇ ਉਹਦੇ ਵਿੱਚ ਬਹੁਤ ਕੁਝ ਹੁੰਦਾ ਜੀ। ਇੱਕ ਛੋਟੀ ਜਿਹੀ ਗੱਲ ਮੈਂ ਤੁਹਾਡੇ ਨਾਲ ਜਿਹੜੀ ਰੋਜ਼ ਤੁਸੀਂ ਕਰਦੇ ਜੇ ਸਾਂਝੀ ਕਰਾਂ। ਤੁਸੀਂ ਕਹਿੰਦੇ ਨਾ ਲਿਆਓ ਭੁੱਖ ਲੱਗੀ ਰੋਟੀ ਖਾਣੀ ਹੈ ਜੀ, ਕਹਿੰਦੇ ਹੁੰਦੇ ਕਿ ਨਹੀਂ? ਕਹਿੰਦੇ ਜੇ। ਸਿਰਫ ਤੁਸੀਂ ਇੰਨਾ ਹੀ ਕਹਿਣਾ ਭੁੱਖ ਲੱਗੀ ਤੇ ਰੋਟੀ ਖਾਣੀ ਹੈ ਜੀ। ਹਾਂਜੀ, ਉਹਦੇ ਨਾਲ ਸੰਬੰਧਿਤ ਜੋ ਕੁਝ ਤੁਹਾਨੂੰ ਇੰਨਾ ਬੋਲਣ ਦੇ ਨਾਲ ਹੀ ਮਿਲ ਜਾਣਾ ਜੀ। ਉਹਦੇ ਨਾਲ ਸਬਜ਼ੀ ਮਿਲਣੀ ਤੁਹਾਨੂੰ, ਤਾਂ ਮੰਗੀ ਥੋੜ੍ਹੀ ਜੀ, ਤੁਹਾਨੂੰ ਤਾਂ ਆਖਿਆ ਰੋਟੀ ਖਾਣੀ ਹੈ ਜੀ। ਪਾਣੀ ਵੀ ਤੁਹਾਨੂੰ ਨਾਲ ਮਿਲਿਆ ਜੀ। ਹਾਂਜੀ, ਹੋਰ ਵੀ ਸਾਧਨ ਅਨੁਸਾਰ ਨਾਲ, ਹਾਂਜੀ 2-4 ਸਬਜ਼ੀਆਂ ਵੀ ਹੋ ਸਕਦੀਆਂ ਜੀ, ਨਾਲ ਖੀਰ ਕੜਾਹ ਵੀ ਹੋ ਸਕਦਾ ਜੀ, ਨਾਲ ਸਲਾਦ ਵੀ ਹੋ ਸਕਦਾ ਜੀ, ਲੱਸੀ ਦਹੀਂ ਵੀ ਹੋ ਸਕਦਾ। ਮੰਗੀ ਤੇ ਰੋਟੀ ਨਾ ਲਫ਼ਜ਼ ਤੇ ਇੱਕੋ ਵਰਤਿਆ ਨਾ, ਪਰ ਉਹਦੇ ਨਾਲ ਸੰਬੰਧਿਤ ਆ ਉਹ ਸਾਰੀਆਂ ਚੀਜ਼ਾਂ ਜੀ। ਹਾਂਜੀ, ਲਿਆਓ ਖਾਣਾ ਖਾਈਏ, ਬਾਕੀ ਚੀਜ਼ਾਂ ਉਹਦੇ ਨਾਲ ਸੰਬੰਧਿਤ ਨੇ, ਉਹ ਨਾਲ ਸਾਰੀਆਂ, ਸਾਰਾ ਕੁਝ ਨਹੀਂ ਤੁਹਾਨੂੰ ਬੋਲਣਾ ਪੈਣਾ। ਉਹ ਜੋ ਕੁਝ ਹਾਜ਼ਰ ਬਣਿਆ ਉਹ ਤੁਹਾਡੇ ਕੋਲ ਪਹੁੰਚ ਜਾਣਾ ਜੀ। ਤੁਸੀਂ ਬਸ ਇੱਕੋ ਹੀ ਲਫ਼ਜ਼ ਵਰਤਣਾ ਜੀ। ਇਸੇ ਤਰ੍ਹਾਂ ਆਨੰਦ ਇੱਕ ਇਹੋ ਜਿਹਾ ਸ਼ਬਦ ਆ ਜੀ ਜਿਹਦੇ ਵਿੱਚ ਸਾਰਾ ਕੁਝ ਹੀ ਹੈ ਜੀ। ਹਾਂਜੀ, ਆਨੰਦ ਹੈ, ਬੜੀ ਵੱਡੀ ਪ੍ਰਾਪਤੀ ਹੈ ਆਨੰਦ ਦੀ। ਹਾਂਜੀ, ਜਿੰਨੇ ਵੀ ਤੁਸੀਂ ਗੁਣ ਗਾ ਲਓ ਧਾਰਮਿਕ ਲੈਣ ਦੇ, ਮਹਾਨਤਾ ਦੇ, ਸਾਰੇ ਆਨੰਦ ਦੇ ਵਿੱਚ ਆਉਂਦੇ ਨੇ ਜੀ। ਹਾਂਜੀ, ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਕਿੱਡੀ ਵੱਡੀ ਪ੍ਰਾਪਤੀ ਹੈ ਜੀ, ਕਿੱਡੀ ਵੱਡੀ ਪ੍ਰਾਪਤੀ ਹੈ। ਗਰੀਬ ਨਵਾਜ ਫਰਮਾਉਂਦੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਵੱਡੇ ਵੱਡੇ ਪਾਠੀ ਪਕੜੇ ਜਾਂਦੇ ਜੀ ਇੱਥੇ, ਆਂਦੇ ਜੀ ਆਨੰਦ ਸਾਹਿਬ ਦੀ ਬਾਣੀ ਬੜੀ ਸੌਖੀ ਹੈ। ਜਿਹਨੇ ਸਿੱਖਿਆ ਨਹੀਂ ਲਈ, ਜਿਹਨੇ ਸੰਥਾ ਨਹੀਂ ਲਈ, ਉਹਨੇ ਪਕੜੇ ਜਾਣਾ ਜੀ। ਉਹਨੂੰ ਨਹੀਂ ਪਤਾ ਇੱਥੇ ਐੜੇ ਨੂੰ ਕੰਨਾ ਲੱਗਦਾ ਜੀ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਕਹੈ ਨਾਨਕ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ।
ਚੇਤ ਗੋਬਿੰਦ ਆਰਾਧੀਆ ਹੋਵੇ ਆਨੰਦ ਘਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਪਰਮੇਸ਼ਰ ਦੀ ਭਗਤੀ ਕਰੀਏ, ਵਾਹਿਗੁਰੂ ਦਾ ਨਾਮ ਜਪੀਏ, ਸਿਮਰੀਏ, ਆਰਾਧੀਏ, ਲੱਗੇ ਰਹੀਏ ਤੇ ਇੰਨਾ ਆਨੰਦ ਪ੍ਰਾਪਤ ਹੋਏਗਾ ਜਿਹਦੀ ਕੋਈ ਗਿਣਤੀ ਮਿਣਤੀ ਨਹੀਂ ਜੀ। ਘਣਾ ਜਿਹੜਾ ਹੁੰਦਾ ਉਹਦੀ ਕੋਈ ਗਿਣਤੀ ਮਿਣਤੀ ਨਹੀਂ। ਘਣਾ ਬਸ ਉਹਨੂੰ ਆਖੀ ਚਲੋ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਦਾ ਫਿਰ ਤੁਹਾਨੂੰ ਪਤਾ ਬੜਾ ਫਾਇਦਾ ਜੀ। ਹੁਣ ਜਿਸ ਬੰਦੇ ਦੇ ਘਰ 10 ਮਣ ਦਾਣਿਆਂ ਦੀ ਲੋੜ ਹੈ ਜੀ ਤੇ 100 ਮਣ ਦਾਣੇ ਉਹਦੇ ਜਮ੍ਹਾਂ ਹੋਣ ਤਾਂ ਉਹਨੂੰ ਦੂਜੇ ਨੂੰ 2 4 5 7 10 ਕਿਲੋ ਦੇਣੇ ਔਖੇ ਲੱਗਦੇ ਜੀ। ਮੇਰਾ ਖਿਆਲ ਉਹ ਬਦੋ ਬਦੀ ਦੇਵੇਗਾ ਜੀ, ਵੀ ਛੇਤੀ ਕਰੀਏ ਮੁੜ ਕੇ ਨਵੇਂ ਆ ਜਾਣੇ, ਮੁਕਾਈਏ ਇਹਨਾਂ ਨੂੰ। ਹਾਂਜੀ, ਜਿਹਦੇ ਕੋਲ ਘਣਾ ਆਨੰਦ ਹੈ ਉਹ ਦੂਜਿਆਂ ਨੂੰ ਦੇਵੇਗਾ ਜੀ, ਉਹ ਦੂਜਿਆਂ 'ਚ ਵੰਡੇਗਾ। ਜਿਹਦੇ ਕੋਲ ਹੈ ਨਹੀਂ ਉਹਨੇ ਵਿਚਾਰੇ ਨੇ ਦੇਣਾ ਕਿੱਥੋਂ ਜੀ। ਜਿਸ ਤਰ੍ਹਾਂ ਤੁਸੀਂ ਹੁਣ ਸੰਗਤ ਕਰ ਰਹੇ, ਸੰਗਤ ਵਿੱਚ ਬੈਠੇ ਹੋ, ਹਾਂਜੀ, ਇਹ ਕੀਰਤਨ ਸੁਣ ਕੇ, ਕਥਾ ਜੁਣ ਸੁਣ ਕੇ ਬਾਰ-ਬਾਰ ਜਦੋਂ ਤੁਸੀਂ ਸੁਣੀ ਜਾਓਗੇ ਤੁਹਾਡੇ ਅੰਦਰ ਇੱਛਾ ਬਣਨੀ ਸ਼ੁਰੂ ਹੋ ਜਾਏਗੀ ਜੀ। ਹੁਣ ਤੁਸੀਂ ਅੱਜ ਆਨੰਦ ਦੀ ਮਹਿਮਾ ਸੁਣ ਰਹੇ ਹੋ, ਸੁਣੀ ਚਲੋ ਗੱਲ ਤੇ ਅਗਲੇ ਬੁੱਧਵਾਰ ਵੀ ਜਿਹੜੀ ਸ਼ਬਦ ਦੀ ਹੋਏਗੀ ਗੱਲ ਫੇਰ ਇੱਥੇ ਹੋਣੀ, ਰੱਬ ਦੇ ਨਾਮ ਦੀ ਗੱਲ ਹੋਣੀ ਜੀ। ਉਸ ਤੋਂ ਅਗਲੇ ਫੇਰ ਰੱਬ ਦੇ ਨਾਮ ਦੀ ਗੱਲ ਹੋਣੀ ਆ। ਜਿਸ ਗੱਲ ਨੂੰ ਤੁਸੀਂ ਸੁਣੀ ਚੱਲੋਗੇ ਉਹ ਤੁਹਾਡੇ ਅੰਦਰ ਇੱਛਾ ਬਣ ਜਾਏਗੀ ਜੀ। ਇੱਛਾ ਫਿਰ ਤੁਹਾਨੂੰ ਪ੍ਰੇਰੇਗੀ ਜੀ। ਹੁਣ ਵੇਖੋ ਸੌਖੀ ਗੱਲ ਹੈ ਜੀ, ਜਿਸ ਬੰਦੇ ਨੂੰ ਪ੍ਰਸ਼ਾਦੇ ਦੀ ਭੁੱਖ ਲੱਗੀ ਹੋਵੇ ਜੀ, ਹਾਂਜੀ, ਡਾਢੀ ਭੁੱਖ ਲੱਗੀ ਆ ਉਸਤਾਦ ਜੀ, ਉਹ ਕੀ ਕਰੂਗਾ ਜੀ ਜਿਹਨੂੰ ਬਹੁਤ ਭੁੱਖ ਲੱਗੀ ਹੈ ਜੀ? ਹਾਂਜੀ, ਉਹ ਖੋਜ ਕਰੇਗਾ ਵੀ ਮੈਨੂੰ ਪ੍ਰਸ਼ਾਦਾ ਕਿੱਥੋਂ ਮਿਲ ਜਾਵੇ, ਮੇਰੀ ਜਾਨ ਨਿਕਲਦੀ ਜਾ ਰਹੀ ਹੈ। ਭੁੱਖ ਨਾਲ ਤੰਗ ਹੋਏਗਾ, ਉਹ ਖੋਜ ਕਰੇਗਾ ਜੀ। ਤੇ ਜੇ ਉਹਨੂੰ ਮਿਲ ਜੇ ਰੋਟੀ ਜੀ, ਮਿਲ ਜੇ ਭੁੱਖੇ ਨੂੰ, ਤਾਂ ਪੁੱਛੂ ਕਿਸੇ ਨੂੰ ਰੋਟੀ ਕਿਸ ਤਰ੍ਹਾਂ ਖਾਈ ਦੀ ਹੁੰਦੀ ਹੈ ਜੀ? ਹਾਂਜੀ, ਪੁੱਛੂ ਕਿਸੇ ਨੂੰ? ਅੰਦਰ ਦੀ ਇੱਛਾ ਨੇ ਉਹਨੂੰ ਮਜਬੂਰ ਕਰ ਦੇਣਾ, ਭਾਵੇਂ ਉਹਨੂੰ ਮੰਗ ਕੇ ਖਾਣੀ ਪਵੇ ਜੀ। ਭਾਵੇਂ ਜਿੱਡਾ ਵੱਡਾ ਮਰਜ਼ੀ ਉਹ ਸਰਦਾਰ ਹੋਵੇ, ਪਰ ਭੁੱਖ ਨੇ ਉਹਨੂੰ ਮਜਬੂਰ ਕਰ ਦੇਣਾ। ਕਿਤੇ ਉਹ ਕਿਸੇ ਤਰ੍ਹਾਂ ਵੀ ਪ੍ਰਾਪਤੀ ਹੋਵੇ ਕਰਨੀ ਹੈ ਜੀ, ਭੁੱਖ ਤੰਗ ਕਰ ਰਹੀ ਹੈ, ਹਾਂਜੀ, ਤੇ ਫਿਰ ਉਹਨੇ ਖਾ ਲੈਣੀ ਜੀ। ਭੁੱਖ ਬੰਦੇ ਦੀ ਇੱਛਾ ਬਣਾਉਂਦੀ ਹੈ ਭੋਜਨ ਵਾਸਤੇ ਜੀ। ਜਦੋਂ ਪਿਆਸ ਲੱਗੀ ਹੋਵੇ ਪਾਣੀ ਲੱਭੇਗਾ ਕਿ ਨਹੀਂ ਬੰਦਾ ਜੀ? ਲੱਭੂ ਕਿ ਨਹੀਂ? ਤੇ ਜਿਸ ਬੰਦੇ ਦੇ ਅੰਦਰ ਵਾਹਿਗੁਰੂ ਦਾ ਨਾਮ ਜਪਣ ਦੀ ਇੱਛਾ ਨਹੀਂ ਬਣੀ, ਉਹਨੂੰ ਅਜੇ ਨਾ ਤੇ ਪਰਮੇਸ਼ਰ ਦੇ ਨਾਮ ਦੀ ਭੁੱਖ ਹੀ ਲੱਗੀ ਤੇ ਨਾ ਉਹਨੂੰ ਪਿਆਸ ਹੀ ਲੱਗੀ ਹੈ ਜੀ। ਭੁੱਖ ਤੇ ਪਿਆਸ ਬੰਦੇ ਨੂੰ ਮਜਬੂਰ ਕਰਦੀ ਆ ਲੱਭਣ ਵਾਸਤੇ ਜੀ। ਤੇ ਸੱਚੇ ਪਾਤਸ਼ਾਹ ਮਹਾਰਾਜ ਨਾਲ ਹੀ ਦੱਸਦੇ ਵੀ ਮਿਲਣਾ ਕਿੱਥੋਂ ਹੈ ਜੀ। ਇਹ ਬਿਲਕੁਲ ਸੱਚ ਹੈ, ਪੂਰਨ ਸਚਾਈ ਆ ਵੀ ਪਰਮੇਸ਼ਰ ਦਾ ਨਾਮ ਜਪੀਏ, ਘਣਾ ਆਨੰਦ ਪ੍ਰਾਪਤ ਹੁੰਦਾ ਏ। ਹਾਂਜੀ, ਪਰ ਹੁਣ ਉਹ ਨਾਮ ਜਿਹੜਾ ਮਿਲਣਾ ਕਿੱਥੋਂ ਆ ਜੀ? ਜਪਣਾ ਕਿਸ ਤਰ੍ਹਾਂ ਜੀ? ਸੁਭਾਅ ਕਿਸ ਤਰ੍ਹਾਂ ਬਣਨਾ? ਇੱਛਾ ਕਿਸ ਤਰ੍ਹਾਂ ਬਣਨੀ ਹੈ? ਮਹਾਰਾਜ ਕਹਿੰਦੇ ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਪਾਣਾ। ਇਹ ਢੰਗ ਤਰੀਕਾ ਜੁਗਤ ਮਰਜ਼ਾਦਾ ਸਾਰੀ ਜਿਹੜੀ ਮਹਾਰਾਜ ਕਹਿੰਦੇ ਸੰਤਾਂ ਕੋਲੋਂ ਮਿਲਣੀ। ਕਿਉਂ? ਉਹ ਲੱਗੇ ਨੇ, ਦਿਨ ਰਾਤ ਲੱਗੇ ਨੇ, ਕਰ ਰਹੇ ਨੇ, ਰੱਬ ਦੇ ਨਾਮ ਦਾ ਪ੍ਰਤਾਪ ਉਹ ਵੇਖ ਰਹੇ ਨੇ ਜੀ। ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ ਬਖਸ਼ਿਸ਼ਾਂ ਹਰ ਵੇਲੇ ਉਹ ਵੇਖ ਰਹੇ ਨੇ ਜੀ, ਵਰਤ ਰਹੀਆਂ ਨੇ ਜੀ। ਹਾਂਜੀ, ਉੱਥੋਂ ਕਹਿੰਦੇ ਸਮਝ ਪੈਣੀ, ਉਹਨਾਂ ਵਿਖਾ ਦੇਣਾ ਵੀ ਆ ਵੇਖ ਲਾ ਭਾਈ, ਇਹ ਸਾਰਾ ਰੱਬ ਦਾ ਨਾਮ ਹੀ ਹੈਗਾ ਜੀ, ਇਹ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੀ। ਇਹ ਉਸ ਆਨੰਦ ਦੇ ਵਿੱਚੋਂ ਕਿਣਕਾ ਜਿਹੜਾ ਮਿਲਿਆ ਨਾ, ਉਹ ਵਰਤ ਰਿਹਾ ਹੀ, ਵੇਖ ਲਾ ਭਾਈ। ਹਾਂਜੀ, ਉੱਥੇ ਤੁਸੀਂ ਵੇਖ ਸਕਦੇ ਜੇ ਜਾ ਕੇ ਜੀ, ਉੱਥੇ ਵੀ ਰੱਬ ਦੇ ਨਾਮ ਦਾ ਕਿੱਡਾ ਵੱਡਾ ਪ੍ਰਤਾਪ ਆ ਜੀ। ਉਹ ਬੰਦੇ ਦੀ ਇੱਛਾ ਬਣਾਏਗਾ ਜੀ ਫਿਰ, ਕਿਉਂ ਲੋੜ ਤੇ ਹਰ ਮਨੁੱਖ ਨੂੰ ਹੈਗੀ ਆ। ਹੁਣ ਅਸੀਂ ਕੋਈ ਵੀ ਇਹੋ ਜਿਹਾ ਮਨੁੱਖ ਨਹੀਂ ਹੈਗਾ ਜਿਹੜਾ ਦੁੱਖ ਤੋਂ ਨਹੀਂ ਬਚਣਾ ਚਾਹੁੰਦਾ ਜੀ। ਕੋਈ ਇਸ ਤਰ੍ਹਾਂ ਦਾ ਮਨੁੱਖ ਨਹੀਂ ਹੈਗਾ
ਇਸ ਤੋਂ ਉੱਪਰ ਉੱਠਿਆ ਕੋਈ ਕਰੋੜਾਂ 'ਚੋਂ ਬ੍ਰਹਮ ਗਿਆਨੀ ਹੋਏਗਾ ਜਿਹਦੀ ਇਹ ਕੋਈ ਇੱਛਾ ਨਹੀਂ ਹੈਗੀ। ਨਹੀਂ ਤੇ ਹਰ ਬੰਦਾ ਦੁੱਖ ਤੋਂ ਬਚਣ ਵਾਸਤੇ, ਦੁੱਖ ਆਉਣ ਤੋਂ ਪਹਿਲਾਂ ਹੀ ਮਨੁੱਖ ਜਿਹੜਾ ਤਰਲੇ ਲੈਣ ਦਾ ਵੀ ਰੱਬਾ ਮਿਹਰ ਕਰ, ਮੈਨੂੰ ਦੁੱਖ ਨਾ ਲੱਗੇ ਕੋਈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾ ਦਿੱਤਾ, ਸੱਚ ਹੈ ਨਾਮ ਕੀ ਲਾਗੈ ਭੂਖ, ਉਹ ਤਾਂ ਭੁੱਖ ਹੈ ਖਾਏ ਚੱਲੀਏ ਦੁੱਖ। ਖਾਏ ਦਾ ਅਰਥ ਹੁੰਦਾ ਖਤਮ। ਜਿਸ ਮਨੁੱਖ ਨੂੰ ਸੱਚੇ ਨਾਮ ਦੀ, ਪਰਮੇਸ਼ਰ ਦੇ ਨਾਮ ਦੀ ਭੁੱਖ ਲੱਗ ਗਈ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਉਹਦੇ ਦੁੱਖ ਸਾਰੇ ਖਤਮ ਹੋ ਜਾਣਗੇ। ਸਭ ਦੁੱਖ ਉਹਦੇ ਖਤਮ ਹੋ ਜਾਣਗੇ। ਜਿਸ ਤਰ੍ਹਾਂ ਭੁੱਖ ਲੱਗੀ ਹੋਵੇ ਤੇ ਭੋਜਨ ਛਕ ਕੇ ਭੁੱਖ ਖਤਮ ਹੋ ਜਾਂਦੀ ਆ, ਇਸ ਤਰ੍ਹਾਂ ਨਾਮ ਦੀ ਭੁੱਖ ਜਿਹਨੂੰ ਲੱਗੇਗੀ ਉਹਦੇ ਦੁੱਖ ਖਤਮ ਹੋ ਜਾਣਗੇ ਜੀ। ਦਵਾਈ ਖਾਧਿਆਂ ਕਦੇ ਦੁੱਖ ਨਹੀਂ ਖਤਮ ਹੁੰਦੇ ਜੀ। ਹਾਂਜੀ, ਉਹ ਤਾਂ ਇੱਕ ਅਮਲ ਲੱਗਾ ਰਹਿਣਾ ਜੀ, ਖਾਈ ਚੱਲੋ ਤਾਂ ਠੀਕ ਆ ਜੀ, ਜਦੋਂ ਛੱਡੋਗੇ ਉਦੋਂ ਫਿਰ ਸਿਰ ਪੀੜ ਉਸੇ ਤਰ੍ਹਾਂ ਹੀ ਜੀ। ਇੱਕ ਛੋਟਾ ਜਿਹਾ ਸਾਧਨ ਹੈਗਾ ਉਹ, ਹਾਂਜੀ, ਕੁਝ ਥੋੜ੍ਹੀ ਜਿਹੀ ਸਹੂਲਤ ਦਾ ਜੀ। ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਨਾਲ ਹੀ ਬੰਦੇ ਦੇ ਦੁੱਖ ਖਤਮ ਹੋ ਜਾਣੇ। ਹੁਣ ਇਹੋ ਜਿਹਾ ਨਾਮ ਆ ਜਿਹੜਾ ਉਹ ਕਿਸ ਤਰ੍ਹਾਂ ਜਪਣਾ ਹੈ, ਹਾਂਜੀ, ਇਹ ਪ੍ਰਾਪਤੀ ਕਹਿੰਦੇ ਸੰਤਾਂ ਦੇ ਕੋਲ ਆਉਣੀ ਹੈ ਜੀ। ਹਾਂਜੀ, ਸੰਤਾਂ ਕੋਲ ਆਉਣੀ। ਇੱਕ ਬੰਦਾ ਬਾਬਾ ਹਰਨਾਮ ਸਿੰਘ ਜੀ ਉਹਨਾਂ ਕੋਲ ਗਿਆ, ਕਹਿਣ ਲੱਗਾ ਬਾਬਾ ਜੀ ਬੜੀ ਬਾਣੀ ਪੜ੍ਹੀ ਦੀ ਪਰ ਕੋਈ ਸ਼ਾਂਤੀ ਨਹੀਂ, ਕੋਈ ਟਿਕਾਓ ਨਹੀਂ ਹੈਗਾ, ਬੜਾ ਪਾਠ ਕਰੀਦਾ, ਮਨ ਉਸੇ ਤਰ੍ਹਾਂ ਹੀ ਕਹਿਣ ਲੱਗੇ ਤ੍ਰਿਸ਼ਨਾ ਦੇ ਵਿੱਚ ਫਸਿਆ ਰਹਿੰਦਾ। ਸੱਚਾਈ ਹੈ, ਤੁਸੀਂ ਵੇਖ ਲਓ ਆਪਣੀ ਜ਼ਿੰਦਗੀ ਦੇ ਵਿੱਚ ਜੀ। ਹਾਂਜੀ, ਉਹ ਕਹਿੰਦਾ ਜੀ ਮੈਂ ਤੇ ਅੱਕ ਗਿਆ, ਹਾਂਜੀ, ਕੋਈ ਕਿਰਪਾ ਕਰੋ, ਕੋਈ ਸਮੱਤ ਬਖਸ਼ੋ। ਬਾਬਾ ਜੀ ਕਹਿਣ ਲੱਗੇ ਵੀ ਤੂੰ ਨਾ ਇੱਕੋ ਹੀ ਮਾਲਾ ਮੂਲ ਮੰਤਰ ਦੀ ਪਹਿਲੀ ਪੌੜੀ ਦੀ ਫੇਰਿਆ ਕਰ, ਇੱਕੋ ਹੀ ਬਸ। ਹੁਣ ਜਿਹੜਾ ਬੰਦਾ 4-5 ਘੰਟੇ ਪਾਠ ਕਰੇ ਉਹਨੂੰ ਆਖੋ ਇੱਕੋ ਮਾਲਾ ਫੇਰਿਆ ਕਰ, ਤੇ ਉਹਨੇ ਹੈਰਾਨ ਜੇ ਹੋ ਜਾਣਾ ਵੀ ਮਾਲਾ ਤੇ ਕਿ 10 ਮਿੰਟਾਂ 'ਚ ਹੋ ਜਾਣੀ ਆ। ਹਾਂਜੀ, ਤੇ ਮਹਾਂਪੁਰਖ ਕਹਿਣ ਲੱਗੇ ਇੱਕੋ ਹੀ ਮਾਲਾ ਬਸ ਫੇਰਨੀ ਆ, ਪਰ ਇੱਕ ਗੱਲ ਦਾ ਖਿਆਲ ਰੱਖੀ ਵੀ ਜਦੋਂ ਤੂੰ ਇੱਕ ਮਣਕੇ ਦੇ ਉੱਤੇ ਇੱਕ ਵਾਰ ਪਾਠ ਕਰਨਾ ਪਹਿਲੀ ਪੌੜੀ ਦਾ, ਓਨਾ ਸਮਾਂ ਤੇਰਾ ਮਨ ਸੱਜੇ ਖੱਬੇ ਕਿਤੇ ਨਾ ਜਾਵੇ। ਜੇ ਜਾਵੇ ਤੇ ਜਿੱਥੋਂ ਤੇਰਾ ਮਨ ਸੱਜੇ ਖੱਬੇ ਨਿਕਲੇ ਉੱਥੋਂ ਫਿਰ ਵਾਪਸ ਮੁੜ ਕੇ ਆ ਕੇ ਫਿਰ ਉੱਥੋਂ ਸ਼ੁਰੂਆਤ ਕਰ ਦੇਣੀ ਹੈ ਜੀ। ਇਸ ਤਰ੍ਹਾਂ ਕਰਦੇ ਫਿਰ ਤੂੰ ਸਾਡੇ ਕੋਲ ਆਈ। ਉਹ ਮਹਾਰਾਜ ਸਵੇਰ ਤੋਂ ਸ਼ਾਮ ਤੱਕ ਲੱਗਾ ਰਿਹਾ, ਇੱਕ ਮਾਲਾ ਹੀ ਨਾ ਉਹਦੇ ਕੋਲ ਹੋਈ ਜੀ। ਹਾਂਜੀ, ਇਹ ਗੱਲ ਵੱਲ ਆਪਾਂ ਧਿਆਨ ਨਹੀਂ ਦਿੰਦੇ ਜੀ। ਬਸ ਸਾਡਾ ਕੰਮ ਹੈਗਾ ਵੀ ਅਸੀਂ ਦਵਾ ਦਵ ਵੇਖੀ ਜਾਣਾ ਤੇ ਪੱਤਰੇ ਥੱਲੇ ਜਾਣੇ, ਵੇਖੀ ਜਾਣਾ ਪੱਤਰੇ ਥੱਲੇ ਜਾਣੇ। ਉਹ ਜਿਹਨੂੰ ਲਾਉਣਾ ਸੀ ਵਿੱਚ ਉਸ ਪਾਸੇ ਵੱਲ ਧਿਆਨ ਨਹੀਂ ਹੈਗਾ ਜੀ। ਉਹ ਆ ਗਿਆ ਕਹਿੰਦਾ ਬਾਬਾ ਜੀ ਮੈਂ ਤਾਂ ਸਾਰਾ ਦਿਨ ਲੱਗਾ ਰਿਹਾ, ਇੱਕ ਅੱਗੇ ਮੈਂ ਇੰਨਾ ਪਾਠ ਕਰ ਜਾਂਦਾ ਸੀ, ਅੱਜ ਸਾਰਾ ਦਿਨ ਇੱਕ ਮਾਲਾ ਵੀ ਨਹੀਂ ਹੋਈ। ਕਹਿਣ ਲੱਗੇ ਬਸ ਇਹੀ ਹੈ, ਇਹਦਾ ਧਿਆਨ ਰੱਖਣਾ, ਇਹ ਵਿੱਚ ਲੱਗੇ ਨਾਲ ਲੱਗੇ ਕਿ ਉਹ ਹੁਕਮ ਸਾਨੂੰ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਮੇਰੇ ਮਨਾ ਤੂੰ ਨਾਲ ਰਹਿ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਸੱਚੇ ਨਾਮ ਨੂੰ ਪਿਆਰਿਆ ਮਨਾ ਸੰਭਾਲ ਕੇ ਰੱਖ। ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਨਾ। ਮਹਾਂਪੁਰਖ ਪਰਮੇਸ਼ਰ ਦੇ ਪਿਆਰੇ, ਰੱਬ ਦੇ ਪਿਆਰੇ ਜਿਹੜੇ ਆ, ਬੜੀ ਬਰੀਕੀ ਵਾਲਾ ਉਹਨਾਂ ਦਾ ਜੀਵਨ ਹੁੰਦਾ, ਬਹੁਤ ਬਰੀਕੀ ਵਾਲਾ ਜੀਵਨ ਹੁੰਦਾ ਉਹਨਾਂ ਦਾ ਜੀ, ਬਹੁਤ ਬਰੀਕੀ ਵਾਲਾ ਜੀਵਨ ਹੁੰਦਾ। ਬਾਬਾ ਸ਼ਾਮ ਸਿੰਘ ਜੀ ਮਹਾਰਾਜ ਦੇ ਸਥਾਨ 'ਤੇ ਕਥਾ ਹੋਣੀ, ਕਥਾ 'ਚ ਸਾਰਿਆਂ ਸ਼ਾਮਲ ਹੋਣਾ। ਬੜੇ ਬੜੇ ਅਭਿਆਸੀ ਲੋਕ ਰਹਿੰਦੇ ਹੁੰਦੇ ਸੀ। ਇੱਕ ਸੰਤ ਮਹਾਂਪੁਰਖਾਂ ਦੇ ਸਥਾਨ 'ਤੇ ਕੁਝ ਸਮੇਂ ਲਈ ਆਏ, ਬੜੇ ਮਸ਼ਹੂਰ ਸਨ ਉਹ ਵੀ। ਉੱਧਰੋਂ ਕਥਾ ਦਾ ਟਾਈਮ ਹੋ ਗਿਆ ਜੀ, ਸਾਰਿਆਂ ਦੇ ਕੋਲ ਸਿਨੇ ਪਹੁੰਚ ਗਏ ਵੀ ਆਓ ਕਥਾ 'ਚ ਬੈਠੋ ਸਾਰੇ। ਉੱਧਰੋਂ ਉਹਨਾਂ ਸੰਤਾਂ ਨੂੰ ਕੋਈ ਮਾਇਆਧਾਰੀ ਮਿਲਣ ਵਾਲਾ ਆ ਗਿਆ ਜੀ, ਤੇ ਬਾਬਾ ਸ਼ਾਮ ਸਿੰਘ ਜੀ ਬੈਠੇ ਬੈਠੇ ਹੱਸ ਕੇ ਪ੍ਰੇਮੀਆਂ ਨੂੰ ਕਹਿਣ ਲੱਗੇ ਭਾਈ ਪਤਾ ਲੱਗੇਗਾ ਸੰਤ ਜਿੱਤਦੇ ਕਿ ਮਾਇਆ ਜਿੱਤਦੀ ਆ, ਪਤਾ ਲੱਗੇਗਾ। ਕਹਿਣ ਲੱਗੇ ਉਹਨੂੰ ਕੁਸ਼ਤੀ ਹੋਣ ਲੱਗੀ ਆ, ਸੰਤਾਂ ਦੀ ਜੈ ਜੈਕਾਰ ਹੁੰਦੀ ਕਿ ਮਾਇਆ ਦੀ ਹੁੰਦੀ ਆ। ਹਾਂਜੀ, ਪ੍ਰੇਮੀ ਕਹਿੰਦੇ ਮਹਾਰਾਜ ਗੱਲ ਦੀ ਸਮਝ ਹੀ ਨਹੀਂ ਆਈ।
ਕਹਿਣ ਲੱਗੇ ਸੰਤ ਜੀ ਉੱਪਰ ਠਹਿਰੇ ਨੇ, ਬੜੇ ਬੰਦਗੀ ਵਾਲੇ ਆ, ਤੇ ਕਥਾ ਵਿੱਚ ਆਉਣ ਦੀ ਉਹਨਾਂ ਦੀ ਤਿਆਰੀ ਆ, ਤੇ ਮਾਇਆਧਾਰੀ ਉਹਨਾਂ ਨੂੰ ਮਿਲਣ ਚਲੇ ਗਏ ਆ। ਜੇ ਤੇ ਸੰਤ ਵਾਪਸ ਮੁੜ ਕੇ ਕਮਰੇ 'ਚ ਬੈਠ ਕੇ ਲੱਗ ਪਏ ਮਿੱਠੀਆਂ ਮਿੱਠੀਆਂ ਗੱਲਾਂ ਕਰਨ, ਤੇ ਸਮਝੋ ਮਾਇਆ ਜਿੱਤ ਗਈ ਕਹਿਣ ਲੱਗੇ। ਤੇ ਜੇ ਸੰਤਾਂ ਨੇ ਉੱਧਰ ਧਿਆਨ ਨਾ ਦਿੱਤਾ ਤੇ ਉਹਨਾਂ ਨੂੰ ਲਿਆ ਕੇ ਕਥਾ 'ਚ ਬਹਿ ਗਏ, ਤੇ ਸਮਝੋ ਸੰਤਾਂ ਦੀ ਜਿੱਤ ਹੋ ਗਈ ਜੀ। ਹਾਂਜੀ, ਉਹੀ ਗੱਲ ਹੋਈ, ਸੰਤ ਵਾਪਸ ਨਹੀਂ ਮੁੜੇ ਜੀ। ਉਹ ਪ੍ਰੇਮੀਆਂ ਦੇ ਜੀ ਅਸੀਂ ਤੁਹਾਡੇ ਵਾਸਤੇ ਆ ਪ੍ਰਸ਼ਾਦ ਲਿਆਏ ਜੀ, ਆ ਫਲ ਲਿਆਏ ਜੀ, ਆ ਕੱਪੜੇ ਲਿਆਏ, ਮਾਇਆ ਲੈ ਕੇ ਆਏ। ਉਹਨੇ ਆਖਿਆ ਨਹੀਂ ਜੀ ਹੁਣ ਮੇਰੇ ਕੋਲ ਟਾਈਮ ਨਹੀਂ ਹੈਗਾ, ਹੁਣ ਮਹਾਂਪੁਰਖਾਂ ਦਾ ਹੁਕਮ ਆ ਗਿਆ ਤੇ ਹੁਣ ਕਥਾ 'ਚ ਜਾ ਕੇ ਬੈਠਣਾ, ਤੁਸੀਂ ਵੀ ਆ ਜਾਓ ਮੇਰੇ ਨਾਲ ਉੱਥੇ। ਜਦੋਂ ਗਏ, ਉਹ ਜੋ ਕੁਝ ਉਹਨਾਂ ਨੇ ਲਿਆਂਦਾ ਉਹਨਾਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟਿਕਵਾਤਾ ਜੀ, ਤੇ ਬਹਿ ਗਏ। ਤੇ ਬਾਬਾ ਸ਼ਾਮ ਸਿੰਘ ਜੀ ਬੜੇ ਖੁਸ਼ ਹੋਏ ਜੀ, ਬੜੇ ਖੁਸ਼ ਹੋਏ, ਹੱਸ ਕੇ ਕਹਿਣ ਲੱਗੇ ਸੰਤਾਂ ਦੀ ਜਿੱਤ ਹੋ ਗਈ। ਕਹਿਣ ਲੱਗੇ ਸੰਤਾਂ ਦੀ ਜਿੱਤ ਹੋ ਗਈ, ਲక్ష్ਮੀ ਹਾਰ ਗਈ ਕਹਿੰਦੇ। ਹਾਂਜੀ, ਹੁਣ ਆਪਾਂ ਵੇਖ ਲਈਏ ਜੀ। ਹਾਂਜੀ, ਇੱਕ ਦਿਨ ਇੱਕ ਪ੍ਰੇਮੀ ਮੈਨੂੰ ਬੜਾ ਸਾਡਾ ਨਜ਼ਦੀਕੀ, ਪਤਾ ਨਹੀਂ ਇੱਥੇ ਹੋਵੇ ਕਿ ਚਲਾ ਗਿਆ, ਕੋਈ ਨਾਗਾ ਘੱਟ ਹੀ ਪਾਉਂਦਾ ਸੀ। ਬੁੱਧਵਾਰ ਆਇਆ ਨਾ ਜੀ ਕੀਰਤਨ 'ਚ। ਹਾਂਜੀ, ਤੇ ਅਗਲੇ ਬੁੱਧਵਾਰ ਜਦੋਂ ਅਸੀਂ ਮਿਲੇ, ਪਤਾ ਤਾਂ ਮੈਨੂੰ ਹੈਗਾ ਸੀ ਆਇਆ ਨਹੀਂ, ਮੈਂ ਸਹਿਜ ਸੁਭਾ ਪੁੱਛ ਲਿਆ, ਮੈਂ ਕਿਹਾ ਭਾਜੀ ਪਿਛਲੀ ਵਾਰ ਆਏ ਸੀ? ਕਹਿੰਦੇ ਨਹੀਂ ਜੀ, ਉਹ ਮੁੰਡਾ ਸਾਡਾ ਬਾਹਰਲੇ ਮੁਲਕ ਦੇ ਕੁੜਮ ਆ ਗਏ, ਫਿਰ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਰਹੇ, ਗੱਲਾਂ ਬਾਤਾਂ ਕਰਦੇ ਰਹੇ, ਮੁੜ ਕੇ ਫਿਰ ਆਖਿਆ ਹਨੇਰਾ ਬੜਾ ਹੋ ਗਿਆ, ਹੁਣ ਰਹਿਣ ਦੀ ਹੈ। ਮੈਂ ਕਿਹਾ ਕਿੰਨੇ ਵਜੇ ਵਿਹਲੇ ਹੋਏ ਸੀ? ਕਹਿੰਦੇ ਜੀ 11 ਵੱਜ ਗਏ। ਤੇ ਮੈਂ ਕਿਹਾ ਤੁਹਾਨੂੰ ਪਤਾ 12 ਵਜੇ ਤੱਕ ਮੈਨੂੰ ਟਾਈਮ ਮਿਲਦਾ, ਤੇ ਤੁਸੀਂ ਆਂਦੇ ਤੇ ਬਾਬਾ ਜੀ ਬੜਾ ਆਨੰਦ ਆਉਂਦਾ ਜਦੋਂ ਤੁਸੀਂ ਲੱਗਦੇ ਜੇ, ਬੜਾ ਆਨੰਦ ਆਉਂਦਾ ਹੈ। ਹਾਂਜੀ, ਤੇ ਮੈਂ ਕਿਹਾ 11 ਵਜੇ ਤੁਸੀਂ ਵਿਹਲੇ ਹੋਏ ਤੇ 20 ਮਿੰਟ ਤੁਹਾਡੇ ਘਰੋਂ ਰਸਤਾ ਸਾਰਾ, ਤੇ 12 ਵਜੇ ਦੇ ਲਾਗੇ ਬੰਨੇ ਮੈਨੂੰ ਟਾਈਮ ਮਿਲਦਾ। ਹਾਂਜੀ, ਤੇ ਮਾਇਆ ਜਿੱਤ ਜਾਂਦੀ ਹੈ, ਲక్ష్ਮੀ ਜਿੱਤ ਜਾਂਦੀ, ਬੰਦਾ ਹਾਰ ਜਾਂਦਾ ਜੀ। ਹਾਂਜੀ, ਪਰ ਜਿਨ੍ਹਾਂ 'ਤੇ ਰੱਬ ਦੀ ਮਿਹਰ ਹੈ, ਉਹ ਗੁਰੂ ਦੀ ਬਾਣੀ, ਸਤਸੰਗ, ਭਜਨ ਬੰਦਗੀ, ਸਿਮਰਨ ਵਿੱਚ ਧਿਆਨ ਰੱਖਦੇ ਆ, ਲਾਹਾ ਲੈਂਦੇ, ਲਾਭ ਲੈਂਦੇ, ਆਪਣੀ ਜ਼ਿੰਦਗੀ ਦਾ ਫਾਇਦਾ ਖੱਟਦੇ ਆ ਜੀ। ਚੇਤ ਗੋਬਿੰਦ ਆਰਾਧੀਐ, ਹੋਵੇ ਆਨੰਦ ਖਾਣਾ, ਸੰਤ ਜਨਾ ਮਿਲ ਪਾਈਐ, ਸੰਤ ਜਨਾ ਮਿਲ ਪਾਈਏ। ਬਾਬਾ ਸ਼ਾਮ ਸਿੰਘ ਜੀ ਮਹਾਰਾਜ 20 ਘੰਟੇ ਰੋਜ਼ ਦਰਬਾਰ ਸਾਹਿਬ ਦੀ ਸੇਵਾ 'ਚ ਲਾਉਂਦੇ ਸੀ ਜੀ, 20 ਘੰਟੇ ਪਰਿਕਰਮਾ ਦੀ ਸਫਾਈ ਵਾਸਤੇ। ਇੱਕ ਦਿਨ ਬਾਬਾ ਜੀ ਨਾ ਜੀ ਕਬੂਤਰਾਂ ਦੀਆਂ ਵਿੱਠਾਂ ਇਕੱਠੀਆਂ ਕਰਕੇ ਤਾਂ ਐਡਾ ਸਾਰਾ ਝੋਲਾ ਭਰਿਆ ਜੀ, ਤੇ ਅਕਾਲ ਤਖਤ ਸਾਹਿਬ ਆਣ ਕੇ ਕੀਰਤਨ ਸੁਣਦੇ ਹੁੰਦੇ ਸੀ ਬਾਬਾ ਜੀ। ਬਾਬਾ ਜੀ ਦੇ ਆਉਂਦਿਆਂ ਨੂੰ ਬਾਬਾ ਗੁਰਮੁਖ ਸਿੰਘ ਜੀ ਤੇ ਬਾਬਾ ਸਾਧੂ ਸਿੰਘ ਜੀ ਕਾਰ ਸੇਵਾ ਵਾਲੇ ਬੈਠੇ ਸੀ ਕੀਰਤਨ ਸੁਣਨ ਵਾਸਤੇ। ਇੱਕ ਮਹਾਂਪੁਰਖ ਹੋਰ ਵੀ ਬੈਠੇ ਸੀ, ਤੇ ਬਾਬਾ ਜੀ ਜੋ ਵਿੱਠਾਂ ਦਾ ਭਰਿਆ ਝੋਲਾ ਲੈ ਕੇ ਜਦੋਂ ਆ ਗਏ ਨਾ ਪਰਿਕਰਮਾ 'ਚੋਂ ਇਕੱਠੀਆਂ ਕੀਤੀਆਂ ਸੀ, ਤੇ ਬਾਬਾ ਜੀ ਉਹਨਾਂ ਮਹਾਂਪੁਰਖਾਂ ਨੂੰ ਪੁੱਛਦੇ ਵੀ ਮੇਰੇ ਝੋਲੇ 'ਚ ਕੀ ਆ, ਦੱਸੋ। ਇੱਕੋ ਜਿਹੇ ਨਾ ਮਹਾਂਪੁਰਖ ਸਾਰੇ ਪਿਆਰ ਵਾਲੇ, ਤੇ ਹਾਸੇ ਨਾਲ ਕਹਿੰਦੇ ਮੇਰੇ ਝੋਲੇ 'ਚ ਕੀ ਆ। ਤੇ ਇੱਕ ਮਹਾਂਪੁਰਖ ਕਹਿਣ ਲੱਗੇ ਬਾਬਾ ਜੀ ਤੁਹਾਡੇ ਝੋਲੇ 'ਚ ਕਬੂਤਰ ਦੀਆਂ ਵਿੱਠਾਂ ਨੇ। ਦੂਜਿਆਂ ਨੇ ਵੀ ਦੱਸਿਆ ਜੀ, ਤੀਜਿਆਂ ਨੇ ਵੀ ਆਪਣੇ ਹਿਸਾਬ ਨਾਲ ਦੱਸਿਆ। ਬਾਬਾ ਜੀ ਕਹਿਣ ਲੱਗੇ ਅਸਲੀ ਗੱਲ ਦਾ ਤੁਹਾਨੂੰ ਪਤਾ ਨਹੀਂ ਲੱਗਾ। ਕਹਿਣ ਲੱਗੇ ਇਸ ਝੋਲੇ ਦੇ ਵਿੱਚ ਰਿੱਧੀਆਂ ਸਿੱਧੀਆਂ ਨੇ। ਕਹਿਣ ਲੱਗੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦੀਆਂ ਪਰਿਕਰਮਾਂ ਦੀ ਸੇਵਾ ਦਾ ਮਿਲਿਆ ਮੌਕਾ। ਹਾਂਜੀ, ਇਸ ਝੋਲੇ ਵਿੱਚ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਘਰ ਦੀ, ਗੁਰੂ ਰਾਮਦਾਸ ਜੀ ਦੇ ਘਰ ਦੀ ਸੇਵਾ ਦੀਆਂ ਰਿੱਧੀਆਂ ਸਿੱਧੀਆਂ ਨੇ। ਕਹਿਣ ਲੱਗੇ ਹਾਂਜੀ, ਹੁਣ ਜਦੋਂ ਇੰਨੀ ਗੱਲ ਬ੍ਰਹਮ ਗਿਆਨੀ ਸੰਤ ਕੋਈ ਆਖੇਗਾ, ਕਿੰਨਾ ਬੰਦਿਆਂ ਦਾ ਜੀ ਕਰੇਗਾ ਸੇਵਾ ਕਰਨ ਨੂੰ ਜੀ। ਹਾਂਜੀ, ਵੀ ਇਸ ਸੇਵਾ 'ਚ ਰਿੱਧੀਆਂ ਸਿੱਧੀਆਂ ਨੇ ਜੀ, ਇਸ ਸੇਵਾ 'ਚ ਬਰਕਤਾਂ ਨੇ ਜੀ, ਇਸ ਸੇਵਾ ਵਿੱਚ ਸੁੱਖ ਸ਼ਾਂਤੀ ਹੈ ਜੀ। ਕਿਉਂ ਨਾ ਜੀ ਕਰੇਗਾ ਸੇਵਾ ਕਰਨ ਨੂੰ ਜੀ। ਮਹਾਂਪੁਰਖਾਂ ਦੇ ਬਚਨ ਦੇ ਵਿੱਚ ਬਰਕਤ ਹੈ, ਕਮਾਈ ਵਾਲੇ ਬਚਨ ਨੇ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਆ ਜ਼ਬਾਨ ਜਿਹੜੀ ਕਦੇ ਵਾਹਿਗੁਰੂ ਆ ਕੇ ਖੁਸ਼ ਨਹੀਂ ਹੈਗੀ, ਕਿਤੇ ਚੰਗੇ ਸੰਤ ਦੀ ਸੰਗਤ ਮਿਲ ਜੇ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰਨੋਂ ਹਟੇਗੀ ਨਹੀਂ ਜੀ, ਹਟੇਗੀ ਨਹੀਂ ਜੀ। ਜਿਸ ਬੰਦੇ ਨੂੰ ਵੇਖ ਕੇ ਲੋਕ ਨਫ਼ਰਤ ਕਰਦੇ, ਜਿਹਨੂੰ ਬਹੁਤ ਮਾੜਾ ਸਮਝਦੇ, ਸੰਗਤ ਪ੍ਰਾਪਤ ਹੋ ਜਾਵੇ, ਉਸੇ ਬੰਦੇ ਨੂੰ ਲੋਕੀ ਬਾਬਾ ਜੀ ਆਖਣਗੇ ਜੀ। ਕਿਉਂ ਕੰਮ ਬਾਬਿਆਂ ਵਾਲੇ, ਰਸਨਾ 'ਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਗਿਆ। ਉਹੀ ਜਿਹੜੇ ਆਂਦੇ ਇਹ ਸ਼ਰਾਬੀ ਕਬਾਬੀ ਤੇ ਬੜਾ ਮਾੜਾ ਬੰਦਾ, ਇਹਦੇ ਮੱਥੇ ਲੱਗਣਾ ਚੰਗੀ ਗੱਲ ਨਹੀਂ ਹੈਗੀ।
ਉਸੇ ਨੂੰ ਲੋਕ ਦੂਰੋਂ ਵੇਖ ਕੇ ਹੱਥ ਜੋੜਦੇ, ਬਾਬਾ ਜੀ ਕਹਿੰਦੇ ਜੀ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਾਣਾ। ਮਾਰੇ ਕਹਿੰਦੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪ ਜਪ ਕੇ ਸੰਤਾਂ ਦੀ ਸੰਗਤ ਕਰ ਕਰਕੇ ਨਾਮ ਦਾ ਅਭਿਆਸ ਕੀਤਾ, ਉਹਨਾਂ ਵਿੱਚੋਂ ਜਿਨ੍ਹਾਂ ਨੇ ਫਿਰ ਆਪਣੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਉਹ ਆਏ ਹੋਏ ਇਸ ਸੰਸਾਰ 'ਚ ਗਿਣਤੀ ਦੇ ਵਿੱਚ ਆ ਗਏ ਜੀ। ਗਿਣਤੀ ਵਿੱਚ ਆ ਗਏ। ਗਿਣਤੀ ਵਿੱਚ ਕੋਈ ਵਿਰਲਾ ਵਿਰਲਾ ਹੀ ਆਉਂਦਾ ਜੀ। ਹਾਂਜੀ, ਵਿਰਲਾ ਵਿਰਲਾ। ਜਿਨ੍ਹਾਂ ਨੇ ਪਰਮੇਸ਼ਰ ਦੀ ਆਪਣੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ, ਉਹ ਗਿਣਤੀ ਦੇ ਵਿੱਚ ਆ ਗਏ ਜੀ। ਹਾਂਜੀ, ਅਤੇ ਉਹ ਤੁਸੀਂ ਵੇਖਦੇ ਹੋ ਹਰ ਇਲਾਕੇ ਵਿੱਚ ਕੋਈ ਨਾ ਕੋਈ ਐਸਾ ਸਥਾਨ ਹੈਗਾ ਜਿੱਥੇ ਮਹਾਂਪੁਰਖਾਂ ਨੇ ਜਪ ਤਪ ਕੀਤਾ, ਸਿਮਰਨ ਕੀਤਾ, ਅਤੇ ਉਹ ਗਿਣਤੀ ਵਿੱਚ ਨੇ ਜੀ। ਦੁਨੀਆ ਭੁੱਲਦੀ ਨਹੀਂ ਜੀ। ਔਰ ਆਏ ਦਿਨ ਉਹਨਾਂ ਦਾ ਸਤਿਕਾਰ, ਪਿਆਰ, ਉਹਨਾਂ ਦੀ ਸੋਭਾ, ਉਹਨਾਂ ਦਾ ਜਸ ਵਧੀ ਜਾ ਰਿਹਾ। ਉਹ ਗਿਣਤੀ ਵਿੱਚ ਨੇ ਜੀ। ਉਸ ਪਰਮੇਸ਼ਰ ਦੇ ਘਰ ਵਿੱਚ ਪ੍ਰਵਾਨ ਹੋ ਗਏ ਨੇ ਜੀ। ਹਾਂਜੀ, ਉਹਨਾਂ ਦੀ ਯਾਦ ਰੱਬ ਦੀ ਯਾਦ ਬਣੀ ਪਈ ਜੀ। ਉਹਨਾਂ ਦੀ ਯਾਦ ਦੁੱਖ ਕਲੇਸ਼ ਮੇਟਦੀ ਹੈ ਜੀ। ਉਹਨਾਂ ਦੀ ਯਾਦ ਬਰਕਤਾਂ ਦਿੰਦੀ ਜੀ, ਸੁੱਖ ਦਿੰਦੀ, ਸ਼ਾਂਤੀ ਦਿੰਦੀ ਹੈ। ਕਿਉਂ? ਉਹ ਗਿਣਤੀ ਵਿੱਚ ਆ ਗਏ ਨੇ ਜੀ। ਇਹ ਪਰਮੇਸ਼ਰ ਦੇ ਪਿਆਰੇ ਨੇ, ਰੱਬ ਦੇ ਪਿਆਰੇ ਨੇ ਜੀ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਭਾਵੇਂ ਬੰਦੇ ਨੇ ਕਰੋੜਾਂ ਰੁਪਈਆ ਇਕੱਠਾ ਕਰ ਲਿਆ ਜੀ। ਹਾਂਜੀ, ਭਾਵੇਂ ਉਹਨੇ ਠੱਗੀਆਂ ਛਾਲ-ਵਾਲ ਕਰਕੇ ਬੜੀਆਂ ਵੱਡੀਆਂ ਕੁਰਸੀਆਂ ਪ੍ਰਾਪਤ ਕਰ ਲਈਆਂ ਜੀ। ਭਾਵੇਂ ਉਹਨੇ ਹਜ਼ਾਰਾਂ ਕਿੱਲਾ ਜ਼ਮੀਨ ਬਣਾ ਲਈ, ਪਰ ਤੁਸੀਂ ਦੱਸੋ ਆਪਣੇ ਇਲਾਕਿਆਂ ਦੇ ਵਿੱਚ ਕਿੰਨੇ ਕੁ ਬੰਦੇ ਗਿਣਤੀ 'ਚ ਹੈਗੇ ਜੀ? ਕੋਈ ਚੇਤਾ ਨਹੀਂ ਕੌਣ ਹੈਗਾ ਕੌਣ ਨਹੀਂ ਹੈਗਾ ਜੀ। ਹਾਂਜੀ, ਅਸੀਂ ਇੱਕ ਦਿਨ ਲੰਘਣ ਡਏ ਸਾਂ, ਅਤੇ ਇੱਕ ਟੁੱਟੀ ਜੀ ਜੀਭ 'ਤੇ ਇੱਕ ਬੁੱਢਾ ਜਿਹਾ ਲੰਘਣ ਡਿਆ, ਅਤੇ ਉਹ ਮੈਨੂੰ ਇੱਕ ਬੰਦਾ ਕਹਿੰਦਾ ਇਹਨੂੰ ਜਾਣਦੇ ਜੇ? ਮੈਂ ਕਿਹਾ ਨਹੀਂ। ਕਹਿੰਦਾ ਜੀ ਇਹ ਕੈਬਨਿਟ ਮੰਤਰੀ ਰਿਹਾ ਹੈ। ਕੈਬਨਿਟ। ਮੈਂ ਇਹਨੂੰ ਜੀਂਦੇ ਨੂੰ ਨਹੀਂ ਕੋਈ ਜਾਣਦਾ, ਅਤੇ ਮਰੇ ਨੂੰ ਕਿਹਨੇ ਜਾਣਨਾ ਜੀ? ਇਹਨੂੰ ਦੱਸੋ ਜੀ। ਜੀਂਦੇ ਨੂੰ ਨਹੀਂ ਕੋਈ ਜਾਣਦਾ। ਹਾਂਜੀ, ਬੰਦੇ ਨੂੰ ਭੁਲੇਖਾ ਹੈ। ਮਾਇਆ ਦੇ ਰੰਗ ਬੜੀ ਛੇਤੀ ਬੇਰੰਗ ਹੋ ਜਾਂਦੇ ਨੇ ਜੀ, ਪਰ ਪਰਮੇਸ਼ਰ ਦੇ ਨਾਮ ਦਾ ਰੰਗ ਜਿਹਨੂੰ ਲੱਗ ਗਿਆ ਨਾ ਜੀ, ਹਾਰਾ ਇਹ ਦਿਨ ਚਮਕਾ ਮਾਰੇਗਾ ਜੀ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਗਿਣਤੀ 'ਚ ਆ ਜਾਂਦੇ, ਗਿਣਤੀ ਦੇ ਵਿੱਚ ਆ ਜਾਂਦੇ ਆ। ਬੜੇ ਬੜੇ ਸਤਿਕਾਰਯੋਗ ਸ਼ਬਦਾਂ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਜੀ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਗਿਣਤੀ ਵਿੱਚ ਨੇ ਜੀ। ਰੱਬ ਦੇ ਪਿਆਰਿਆਂ ਦੀ ਗਿਣਤੀ ਵਿੱਚ ਨੇ ਜੀ। ਹਾਂਜੀ, ਵੇਖੋ ਗਿਣਤੀ ਕਿੱਡੀ ਪਿਆਰੀ ਹੈ ਜੀ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਗਿਣਤੀ ਵਿੱਚ ਨੇ ਨਾ ਜੀ। ਕਹਿੰਦੇ ਇਸ ਤਰ੍ਹਾਂ ਜਪੋ ਜਿਸ ਤਰ੍ਹਾਂ ਉਹਨਾਂ ਨੇ ਜਪਿਆ ਜੀ। ਗਿਣਤੀ ਵਿੱਚ ਆ ਗਏ। ਜੁਗੋ ਜੁਗ ਜੈ ਜੈਕਾਰਾਂ ਨੇ ਜੀ। ਜੁਗੋ ਜੁਗ ਜੈ ਜੈਕਾਰਾਂ ਨੇ। ਹਜ਼ੂਰ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਭਾਈ ਚੇਤੇ ਰੱਖੋ, ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ। ਇੱਕ ਖਿਨ ਮਾਤਰ ਵੀ ਤੁਸੀਂ ਪਰਮੇਸ਼ਰ ਨੂੰ ਭੁਲਾ ਕੇ ਜੀਓਗੇ, ਉਹ ਸਮਾਂ ਤੁਹਾਡਾ ਉਹਨਾਂ ਬਿਰਥ ਚਲਾ ਗਿਆ ਜੀ। ਇੱਕ ਖਿਨ ਮਾਤਰ ਵੀ ਜਿਹੜਾ, ਉਹ ਵੀ ਤੁਹਾਡਾ ਬਿਰਥ ਚਲਾ ਜਾਣਾ। ਉਹਦਾ ਕੋਈ ਲਾਭ ਨਹੀਂ ਹੋਣਾ। ਅਤੇ ਜਿਨ੍ਹਾਂ ਨੇ ਪਹਿਲਾਂ ਹੀ ਸਕੀਮਾਂ ਬਣਾਈਆਂ ਜੀ ਵੀ 8 ਘੰਟੇ ਸੌਣਾ ਜੀ, ਹਾਂਜੀ, ਅਤੇ 8 ਘੰਟੇ ਦੀ ਡਿਊਟੀ ਹੈ ਜੀ। ਹਾਂਜੀ, ਬਾਕੀ ਹਿਸਾਬ ਲਾ ਲਓ ਸਹਿਜੇ ਸਹਿਜੇ ਵਿੱਚੋਂ ਬਚਿਆ ਕੀ ਜੀ। ਹਾਂਜੀ, 8 ਘੰਟੇ ਡਿਊਟੀ ਹੈ ਜੀ, ਅਤੇ 8 ਘੰਟਿਆਂ ਦੇ ਡਾਕਟਰੀ ਅਸੂਲ ਸੌਣਾ ਚਾਹੀਦਾ ਜੀ ਬੰਦੇ ਨੂੰ ਜੀ। ਹਾਂਜੀ, 1.5-2 ਘੰਟੇ ਖਾਣ ਪੀਣ ਦੇ ਕੱਢ ਲਓ ਜੀ। ਘੰਟਾ ਅੱਧਾ ਪੌਣਾ ਘੰਟਾ ਨਹਾਉਣ ਦਾ ਕੱਢ ਲਓ ਜੀ। ਅਖਬਾਰ ਪੜ੍ਹਨ ਦਾ ਕੱਢ ਲਓ ਜੀ। ਖਬਰਾਂ ਸੁਣਨ ਦਾ ਕੱਢ ਲਓ। ਪਿੱਛੇ ਬਚਿਆ ਕੀ ਜੀ ਦੱਸੋ ਜੀ। ਹਾਂਜੀ, ਇੱਕ ਖਿਨ ਮਾਤਰ ਵੀ ਜਿਹੜਾ ਪਰਮੇਸ਼ਰ ਨੂੰ ਭੁੱਲ ਕੇ ਜੀਣਾ, ਜ਼ਿੰਦਗੀ ਵਿਅਰਥ ਜਾ ਰਹੀ ਆ। ਅਤੇ ਜਿਹੜਾ ਬੰਦਾ 24 ਘੰਟਿਆਂ ਦੇ ਵਿੱਚੋਂ 23.5 ਘੰਟੇ ਵਿਅਰਥ ਗਵਾ ਲੈਂਦਾ, ਅਤੇ ਦੱਸੋ ਉਹ ਕਿਹੜੀ ਗਿਣਤੀ 'ਚ ਆਏਗਾ ਜੀ? ਉਹ ਤਾਂ ਫਿਰ ਮਨਮੁਖਾਂ ਦੀ ਗਿਣਤੀ 'ਚ ਆਏਗਾ ਨਾ ਜੀ। ਹਾਂਜੀ, ਇੱਕ ਖਿਨ ਤਿਸ ਬਿਨ ਜੀਵਨ। ਇੱਕ ਖਿਨ ਵੇਖ ਲਓ ਕਿੰਨਾ ਥੋੜ੍ਹਾ ਸਮਾਂ ਹੁੰਦਾ। ਮਹਾਂਪੁਰਖ ਗੁਰਵਾਲੀ ਵਾਲੇ ਮੈਨੂੰ ਦੱਸਦੇ ਸੀ 9 ਪੱਤੇ ਪਿੱਪਲ ਦੇ ਲੈ ਕੇ ਨਾ ਜੀ, ਇਸ ਤਰ੍ਹਾਂ ਤਹਿ ਲਾ ਕੇ ਰੱਖ ਲਓ, ਐਂ ਸੂਈ ਮਾਰੋ, 9 ਖਿਨ ਕਹਿੰਦੇ ਬਣ ਜਾਂਦੇ ਆ ਜੀ। ਕਿਸੇ ਘੜੀ ਵਿੱਚ ਖਿਨ ਸ਼ਬਦ ਨਹੀਂ ਹੈਗਾ ਜੀ। ਖਿਨ ਟਾਈਮ ਨਹੀਂ ਹੈਗਾ। ਕਿਉਂ? ਇੰਨਾ ਥੋੜ੍ਹਾ ਸਮਾਂ ਹੈ
ਘੜੀ ਵੀ ਇੰਨੇ ਸਮੇਂ ਨੂੰ ਦੱਸ ਨਹੀਂ ਸਕਦੀ ਜੀ। ਹਾਂਜੀ, ਸਕਿੰਟ ਤੋਂ ਘੱਟ ਤੇ ਨਹੀਂ ਟਾਈਮ ਹੋਣਾ ਘੜੀ 'ਚ। ਹਾਂਜੀ, ਐਂ ਵੱਜਾ ਤੇ 9 ਖਿਣ ਬਣ ਗਏ ਜੀ। ਇੰਨਾ ਸਮਾਂ ਵੀ ਵਾਹਿਗੁਰੂ ਦੀ ਯਾਦ ਤੋਂ ਬਿਨਾਂ ਲੰਘਾਉਣਾ ਜਿਹੜਾ ਵਾ ਉਹ ਵਿਅਰਥ ਜੀਵਨ ਗਵਾਉਣ ਵਾਲੀ ਗੱਲ ਹੈਗੀ ਜੀ। ਕਿੰਨੀ ਸਾਵਧਾਨੀ ਦੀ ਲੋੜ ਹੈ ਜੀ। ਹਾਂਜੀ, ਕਿੰਨਾ ਸਾਵਧਾਨ ਰਹਿਣ ਦੀ ਲੋੜ ਇਸ ਮਾਰਗ ਦੇ ਉੱਤੇ। ਇਹ ਪ੍ਰਾਪਤੀਆਂ ਸਾਰੀਆਂ ਹਨ, ਪਰ ਜਿਹੜਾ ਇੰਨਾ ਸਾਵਧਾਨ ਰਹੇਗਾ, ਇੰਨਾ ਫਿਕਰ ਰੱਖੇਗਾ ਜੀ। ਸੱਚੇ ਪਾਤਸ਼ਾਹ ਕਹਿੰਦੇ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਾਣਾ। ਦੱਸੋ ਬੰਦਾ ਪਰਮੇਸ਼ਰ ਤੋਂ ਬਿਨਾਂ ਕਿਹੜੀ ਜਗ੍ਹਾ 'ਤੇ ਜਾਏਗਾ ਜੀ? ਉਸ ਨੂੰ ਭੁਲਾ ਕੇ ਕਿੱਥੇ ਜਾਊਗਾ ਜੀ? ਸਾਰੀਆਂ ਥਾਵਾਂ 'ਤੇ ਉਸੇ ਦਾ ਪ੍ਰਤਾਪ ਆ ਜੀ। ਉਹ ਰਵਿਆ ਹਰ ਜਗ੍ਹਾ 'ਤੇ, ਸਭ ਥਾਵਾਂ 'ਤੇ ਉਸ ਦੀ ਸ਼ਕਤੀ ਮੌਜੂਦ ਆ ਜੀ। ਜਲਾਂ ਵਿੱਚ, ਥਲਾਂ 'ਤੇ, ਆਕਾਸ਼ ਵਿੱਚ, ਸਭ ਥਾਵਾਂ 'ਤੇ, ਬਨਾਂ ਜੰਗਲਾਂ ਵਿੱਚ, ਸਭ ਥਾਵਾਂ 'ਤੇ ਤਾਕਤ ਤੇ ਪਰਮੇਸ਼ਰ ਦੀ ਵਰਤ ਰਹੀ ਹੈ। ਹੁਕਮ ਵਾਹਿਗੁਰੂ ਦਾ ਚੱਲ ਰਿਹਾ ਹੈ, ਕਿਰਾਇਆ ਉਸ ਦਾ ਹੋ ਰਿਹਾ। ਕਿੱਥੇ ਬੰਦਾ ਭੱਜ ਜੂਗਾ ਜੀ? ਇਸ ਵਾਸਤੇ ਮਨੁੱਖ ਨੂੰ ਚਾਹੀਦਾ ਹੈ, ਜਿਸ ਅਕਾਲ ਪੁਰਖ ਦੀ ਹਰ ਥਾਂ 'ਤੇ ਤਾਕਤ ਮੌਜੂਦ ਹੈ, ਉਸ ਪਰਮੇਸ਼ਰ ਪ੍ਰਭੂ ਦਾ ਸਿਮਰਨ ਕੀਤਾ ਜਾਵੇ, ਉਹਦੇ ਨਾਲ ਜੁੜਿਆ ਜਾਵੇ, ਉਸ ਨੂੰ ਯਾਦ ਕੀਤਾ ਜਾਵੇ। ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੋ ਪ੍ਰਭ ਚਿਤ ਨਾ ਆਵੀ ਕਿਤੜਾ ਦੁੱਖ ਗਣਾ। ਇੱਕ ਬੰਨੇ ਕਹਿੰਦੇ ਨੇ ਆਰੰਭਤਾ ਦੇ ਵਿੱਚ ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਕਣਾ। ਗਿਣਤੀ ਤੋਂ ਉਹਦੀ ਵੀ ਕੋਈ ਨਹੀਂ ਜੀ ਹੈਗੀ। ਜੇ ਭਾਈ ਕਰੋਗੇ ਉਸ ਪ੍ਰਭੂ ਦਾ ਸਿਮਰਨ, ਹਾਂਜੀ, ਤੇ ਇੰਨਾ ਆਨੰਦ ਪ੍ਰਾਪਤ ਹੋਏਗਾ ਜਿਹੜਾ ਗਿਣਿਆ ਮਿਣਿਆ ਤੋਲਿਆ ਨਹੀਂ ਜਾਏਗਾ ਜੀ। ਅਥਾ, ਹਾਂਜੀ। ਤੇ ਜੇ ਉਸ ਪ੍ਰਭੂ ਪਰਮੇਸ਼ਰ ਦਾ ਭੁਲਾਤਾ ਚੇਤਾ, ਤੇ ਫਿਰ ਦੁੱਖ ਵੀ ਇੰਨੇ ਚਿੰਬੜਨਗੇ ਜਿਹੜੇ ਗਿਣੇ ਨਹੀਂ ਜਾਣਗੇ, ਗਿਣੇ ਨਹੀਂ ਜਾਣੇ। ਦੱਸੀ ਚਲੋ ਗਿਣ ਗਿਣ ਕੇ ਉਹ ਗਿਣੇ ਜਾਣੇ ਹੀ ਨਹੀਂ ਜੀ। ਹਾਂਜੀ, ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵਹਿ ਦੁੱਖ। ਇੱਕ ਨਾ ਦੀ ਜ਼ਿੰਦਗੀ ਇਹੋ ਜਿਹੀ ਹੈਗੀ, ਜੀਵਨ ਇਹੋ ਜਿਹਾ ਉਹਨਾਂ ਨੇ ਆਪਣਾ ਬਣਾ ਲਿਆ, ਜਿੱਥੇ ਬਹਿੰਦੇ ਦੁੱਖ ਰੋਈ ਜਾਂਦੇ, ਜਿੱਥੇ ਬਹਿੰਦੇ ਦੁੱਖ ਰੋਈ ਜਾਂਦੇ, ਗਿਣੇ ਹੀ ਨਹੀਂ ਜਾਂਦੇ ਜੀ, ਗਿਣੇ ਹੀ ਨਹੀਂ ਜਾਂਦੇ। ਮਹਾਰਾਜ ਕਹਿੰਦੇ ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਉਸ ਦੁੱਖਾਂ ਤੋਂ ਬਚਣ ਵਾਸਤੇ ਤਾਂ ਫਿਰ ਇਹੀ ਸਾਧਨ ਹੈਗਾ ਜੀ। ਪਰਮੇਸ਼ਰ ਦੀ ਭਗਤੀ ਹੈ, ਬੰਦਗੀ ਹੈ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਹਾਂਜੀ, ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਸਿਮਰਨ ਕੀਤਾ, ਭਜਨ ਕੀਤਾ, ਲੱਗੇ ਰਹੇ, ਮਣਾ ਮੂੰਹ ਉਹਨਾਂ ਦੇ ਭਾਗ ਬਣ ਗਏ। ਮਣਾ ਦੇ ਹਿਸਾਬ ਨਾਲ ਬੜੇ ਵੱਡੇ ਭਾਗ ਬਣ ਗਏ ਜੀ ਉਹਨਾਂ ਦੇ ਜੀ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਜਦੋਂ ਪਿਆਸ ਲੱਗੇਗੀ ਤੇ ਫਿਰ ਪਾਣੀ ਵਾਸਤੇ ਤਾਂ ਬੰਦੇ ਨੇ ਭੱਜ ਦੌੜ ਕਰਨੀ ਕਰਨੀ ਹੈ ਜੀ, ਕਰਨੀ ਆ। ਕਿਤੋਂ ਵੀ ਮਿਲ ਜਾਵੇ ਜੀ ਮਨੁੱਖ ਕਰੇਗਾ ਜੀ, ਜ਼ਰੂਰ ਕਰੇਗਾ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦੇ ਮਿਲਾਪ ਦੀ, ਰੱਬ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਂਦੀ ਹੈ, ਇੱਛਾ ਬਣ ਜਾਂਦੀ ਹੈ ਨਾ ਜੀ, ਉਹ ਫਿਰ ਦਿਨ ਰਾਤ ਅਰਦਾਸਾਂ ਕਰਦੇ, ਬੇਨਤੀਆਂ ਕਰਦੇ, ਭਜਨ ਕਰਦੇ ਨੇ, ਸਿਮਰਨ ਕਰਦੇ ਨੇ। ਕਿਉਂ? ਉਹ ਆਪਣੇ ਮਾਲਕ ਨੂੰ ਮਿਲਣ ਨੂੰ ਜੀ ਕਰਦਾ ਜੀ ਉਹਨਾਂ ਦਾ। ਹਰ ਦਰਸ਼ਨ ਕਉ ਮਨ ਲੋਚਦਾ। ਮਨ ਨੂੰ ਪਿਆਸ ਲੱਗੀ, ਤਨ ਨੂੰ ਪਿਆਸ ਲੱਗਦੀ ਪਾਣੀ ਦੀ, ਮਨ ਨੂੰ ਪਿਆਸ ਲੱਗਦੀ ਹੈ ਦਰਸ਼ਨਾਂ ਦੀ ਜੀ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਜੇ ਤੁਹਾਨੂੰ ਯਕੀਨ ਹੋ ਜਾਵੇ, ਭਰੋਸਾ ਹੋ ਜਾਵੇ ਵੀ ਇਹ ਗੁਰਸਿੱਖ ਮੈਨੂੰ ਮੇਰੇ ਪ੍ਰਭੂ ਪਰਮਾਤਮਾ ਨਾਲ ਮਿਲਾ ਸਕਦਾ, ਉਹਦੇ ਪੈਰੀ ਲੱਗ ਜਾਓ। ਮਹਾਰਾਜ ਕਹਿੰਦੇ ਉਹਦੇ ਪੈਰੀ ਪੈ ਜਾਓ, ਉਹਦੇ ਆਗਿਆਕਾਰ ਬਣ ਜਾਓ, ਉਹਦੇ ਸਤਵਚਨੀ ਬਣ ਜਾਓ। ਹਾਂਜੀ, ਪਰਮੇਸ਼ਰ ਨਾਲ ਮਿਲਾ ਦੇਵੇ ਜੇ ਕੋਈ ਤੇ। ਸੱਚੇ ਪਾਤਸ਼ਾਹ ਮਿਹਰ ਕਰਨ। ਸਮਾਂ ਬੇਅੰਤ ਹੋ ਰਿਹਾ, ਤੁਸੀਂ ਦੂਰ ਦੂਰ ਜਾਣਾ ਹੈ। ਹੋਰ ਆਪਾਂ ਸ਼ਬਦ ਵਿਚਾਰ ਜੇ ਸ਼ੁਰੂ ਕਰ ਲਈ ਫਿਰ ਦੇਰ ਲੱਗ ਜਾਣੀ ਜ਼ਿਆਦਾ। ਬਹੁਤ ਬਹੁਤ ਤੁਹਾਨੂੰ ਚੇਤ ਦੇ ਮਹੀਨੇ ਦੀਆਂ, ਨਵੇਂ ਸਾਲ ਦੀਆਂ ਜੋ ਗੁਰਮਤਿ ਅਨੁਸਾਰ ਹੈ ਉਸ ਦੀਆਂ ਵਧਾਈਆਂ ਹੋਣ। ਕਿਉਂ? ਬਾਕੀ ਜਿਹੜੇ ਆ ਅੰਗਰੇਜ਼ੀ ਵਾਲੇ ਮਹੀਨੇ ਉਹ ਬਾਅਦ ਵਿੱਚ ਆਏ ਨੇ ਜੀ। ਸਾਡੇ ਦੇਸ਼ ਦੀ ਸੱਭਿਅਤਾ ਅਨੁਸਾਰ, ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਇਹ ਜਿਹੜੇ ਚੇਤ ਵਿਸਾਖ ਨਾਮ ਨੇ ਜੀ 12 ਮਹੀਨਿਆਂ ਦੇ, ਇਹ ਬਹੁਤ ਪੁਰਾਤਨ ਸਮੇਂ ਦੇ ਆ ਜੀ। ਗੁਰਬਾਣੀ ਆਸ਼ੀ ਅਨੁਸਾਰ ਤਾਂ ਤੁਹਾਨੂੰ ਪਤਾ ਹੀ ਆ। ਹਾਂਜੀ,
ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ 12 ਮਹੀਨਿਆਂ ਦੀ ਬਾਣੀ ਉਚਾਰੀ ਤੁਖਾਰੀ ਵਿੱਚ, ਜਿਹੜੇ 12ਵਾਂ ਰਾਗ ਤੁਖਾਰੀ ਵਿੱਚ। ਮਹਾਰਾਜ ਨੇ ਮਾਝ ਰਾਗ ਵਿੱਚ ਉਚਾਰੇ ਪੰਚਮ ਪਾਤਸ਼ਾਹ ਜੀ ਨੇ। ਹਾਂਜੀ, ਤੇ ਹੁਣ ਵੇਖੋ ਨਾ 550 ਸਾਲਾ ਮਹਾਰਾਜ ਦਾ ਆਪਾਂ ਮਨਾਇਆ ਜੀ। ਹਾਂਜੀ, ਤੇ 500 ਸਾਲ ਤੋਂ ਵੱਧ ਸਮਾਂ ਹੋ ਗਿਆ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ 12 ਮਾਹ ਉਚਾਰੇ ਸੀ ਜੀ। ਹਾਂਜੀ, ਤੇ 400 ਸਾਲ ਦੇ ਲਗਭਗ, ਥੋੜ੍ਹਾ ਵੱਧ ਵੀ ਹੋ ਸਕਦਾ। ਹਾਂਜੀ, ਤੇ ਮਹਾਰਾਜ ਦੀ ਇਸ ਬਾਣੀ ਦਾ ਜਿਹੜਾ ਜੋ ਤੁਸੀਂ ਸੁਣ ਰਹੇ ਹੋ, ਤੇ ਜਿਹੜੀ ਅੰਗਰੇਜ਼ਾਂ ਵਾਲਾ ਸਾਲ ਹੈ ਤੇ ਬਾਅਦ ਵਿੱਚ ਆਇਆ ਜੀ, ਜਦੋਂ ਇੱਥੇ ਆਏ। ਪਹਿਲਾਂ ਤਾਂ ਇਹ ਗੱਲ ਹੀ ਨਹੀਂ ਸੀ ਹੈਗੀ ਇੱਥੇ। ਇਸ ਵਾਸਤੇ ਜਿਹੜਾ ਆਪਣੇ ਵਾਸਤੇ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਹੈ ਨਾ, ਉਹ ਇਹ ਹੈ ਨਵਾਂ ਸਾਲ ਸਿੱਖਾਂ ਦਾ ਚੇਤ ਦੇ ਮਹੀਨੇ ਤੋਂ ਸ਼ੁਰੂਆਤ ਹੁੰਦੀ ਹੈ। ਵੈਸੇ ਸਾਰੇ ਦੇਸ਼ ਵਾਸੀਆਂ ਦਾ ਹੀ ਹੈ ਜੀ, ਇੱਥੋਂ ਦੇ ਲੋਕਾਂ ਦਾ ਜੀ। ਹਾਂਜੀ, ਤੇ ਆਪਾਂ ਹੁਣ ਸਿੱਖ ਜਗਤ ਵਿੱਚ ਸਾਨੂੰ ਲੋਕਾਂ ਨੂੰ ਇਹਨਾਂ ਗੱਲਾਂ ਦਾ ਬਹੁਤ ਘੱਟ ਧਿਆਨ ਹੈ ਜੀ। ਹਾਂਜੀ, ਬੜੀ ਵੱਡੀ ਪੱਧਰ 'ਤੇ ਇਸ ਦਿਹਾੜੇ 'ਤੇ ਸਤਸੰਗ ਵਿੱਚ ਜੁੜਨਾ ਚਾਹੀਦਾ। ਪਿੰਡੋ ਪਿੰਡ ਸਭ ਥਾਵਾਂ 'ਤੇ ਬਾਣੀ ਸੁਣਨ ਦੀ ਇੱਛਾ ਬਣੇ ਅੰਦਰ ਜੀ, ਇੱਛਾ ਬਣੇ। ਭਜਨ ਜ਼ਰੂਰ ਕਰਨ ਵਾਸਤੇ ਉਦਮ ਬਣੇਗਾ ਜੀ, ਇੱਛਾ ਬਣੇ, ਰੱਬ ਨੂੰ ਮਿਲਣ ਨੂੰ ਜੀ ਕਰੇਗਾ ਜੀ। ਆਦਮੀ ਫਿਰ ਉਹ ਸਾਧਨ ਵੀ ਜਟਾਏਗਾ। ਸੱਚੇ ਪਾਤਸ਼ਾਹ ਕਿਰਪਾ ਕਰਨ। ਪੜ੍ਹੋ ਹੁਣ ਸਾਰੇ ਜਣੇ, ਫਿਰ ਸੰਪੂਰਨਤਾ ਹੀ ਹੋਏਗੀ ਜੀ। ਚੇਤ ਗੋਬਿੰਦ ਆਰਾਧਿਐ, ਹੋਵੈ ਆਨੰਦ ਕਣਾ। 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 ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸ ਹੈ ਗਣਾ। ਪਾਇਆ ਪ੍ਰਭ ਆਪਣਾ, ਆਏ ਤਿਸ ਹੈ ਗਣਾ। ਆਏ ਤਿਸ ਹੈ ਗਣਾ, ਆਏ ਤਿਸ ਹੈ ਗਣਾ। ਚੇਤ ਗੋਬਿੰਦ ਆਰਾਧਿਐ, ਹੋਵੈ ਆਨੰਦ ਕਣਾ। ਚੇਤ ਗੋਬਿੰਦ ਆਰਾਧਿਐ, ਹੋਵੈ ਆਨੰਦ ਕਣਾ। ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਇੱਕ ਖਿਨ ਇਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਬਣਾ। 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 ਰਵਿਆ ਵਿੱਚ ਬਣਾ, ਰਵਿਆ ਵਿੱਚ ਬਣਾ।
ਚੇਤ ਗੋਵਿੰਦ ਆਰਾਧਿਐ ਹੋਏ ਆਨੰਦ ਕਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁਖ ਗਣਾ ਪ੍ਰਭ ਚੇਤਨਾ ਆਵਈ ਚਿਤੜਾ ਦੁਖ ਗਣਾ ਜਿਨਿ ਰਾਵਿਆ ਸੋ ਪ੍ਰਭੂ ਜਿਨਾ ਭਾਗ ਮਣਾ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਜਿਨਿ ਰਾਵਿਆ ਸੋ ਪ੍ਰਭੂ ਜਿਨਾ ਭਾਗ ਮਣਾ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਜਿਨਾ ਭਾਗ ਮਣਾ ਜਿਨਾ ਭਾਗ ਮਣਾ ਚੇਤ ਗੋਵਿੰਦ ਆਰਾਧਿਐ ਹੋਵੇ ਆਨੰਦ ਕਣਾ ਚੇਤ ਗੋਵਿੰਦ ਆਰਾਧਿਐ ਹੋਵੇ ਆਨੰਦ ਕਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਤਿਸ ਕੈ ਪਾਏ ਲਗਾ ਤਿਸ ਕੈ ਪਾਏ ਲਗਾ ਚੇਤ ਗੋਵਿੰਦ ਆਰਾਧਿਐ ਹੋਵੇ ਆਨੰਦ ਕਣਾ ਚੇਤ ਗੋਵਿੰਦ ਆਰਾਧਿਐ ਹੋਵੇ ਆਨੰਦ ਕਣਾ ਚੇਤ ਗੋਵਿੰਦ ਆਰਾਧਿਐ
ਮਹਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਚੌਗਿਰਦ ਹਮਾਰੇ, ਚੌਕੀ ਚੌਗਿਰਦ ਹਮਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ, ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਪ੍ਰਭ ਜੀ, ਮੇਰੋ ਸੁਖਦਾਤਾ, ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਪ੍ਰਭ ਜੀ, ਤੂੰ ਮੇਰੋ ਸੁਖਦਾਤਾ, ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਪ੍ਰਭ ਜੀ ਤੂੰ, ਮੇਰੋ ਸੁਖਦਾਤਾ, ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਪ੍ਰਭ ਪ੍ਰਭ ਜੀ, ਜੀ ਤੂੰ ਮੇਰੋ ਸੁਖਦਾਤਾ, ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਪ੍ਰਭ ਜੀ ਤੂੰ, ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਵਿਦਾਤਾ, ਰਹਾਉ ਨਾਨਕ ਪ੍ਰਭ ਅਬਿਨਾਸੀ, ਨਾਨਕ ਪ੍ਰਭ ਅਬਿਨਾਸੀ, ਨਾਨਕ ਪ੍ਰਭ ਅਬਿਨਾਸੀ, ਨਾਨਕ ਪ੍ਰਭ ਅਬਿਨਾਸੀ, ਤਾ ਕੀ ਸੇਵ ਨ ਬਿਰਥੀ ਜਾਸੀ, ਸੇਵ ਨ ਮਿਰਥੀ ਜਾਸੀ, ਤਾ ਕੀ ਸੇਵ ਨ ਬਿਰਥੀ ਜਾਸੀ, ਆਪੀ ਸੇਵ ਨ ਮਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ, ਆਨੰਦ ਕਰਹਿ ਤੇਰੇ ਦਾਸਾ, ਆਨੰਦ ਕਰਹਿ ਤੇਰੇ ਦਾਸਾ, ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ, ਜਪ ਪੂਰਨ ਹੋਈ, ਆਸਾ, ਜਪ ਪੂਰਨ ਹੋਈ ਆਸਾ, ਜਪ ਪੂਰਨ ਹੋਈ ਆਸਾ, ਆਨੰਦ ਕਰਹਿ ਤੇਰੇ ਦਾਸਾ, ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ, ਜਪ ਪੂਰਨ ਹੋਈ, ਆਸਾ, ਜਪ ਪੂਰਨ ਹੋਈ ਆਸਾ, ਜਪ ਪੂਰਨ ਹੋਈ, ਆਸਾ, ਜਪ ਪੂਰਨ ਹੋਈ ਆਸਾ, ਜਪ ਪੂਰਨ ਹੋਈ ਆਸਾ। ਰਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲ, ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲ, ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲ, ਹਾਥ ਦੇ ਰਾਖੈ ਆਪਣੇ ਕੋ, ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ, ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਆਦ ਅੰਤ ਪ੍ਰਭ ਸਦਾ ਸਹਾਈ, ਆਦ ਅੰਤ ਪ੍ਰਭ ਸਦਾ ਸਹਾਈ, ਆਦ ਅੰਤ ਪ੍ਰਭ ਸਦਾ
ਤਨ ਹਮਾਰਾ ਮੀਤ, ਤਨ ਹਮਾਰਾ ਮੀਤ, ਤਨ ਹਮਾਰਾ ਮੀਤ, ਤਨ ਹਮਾਰਾ ਮੀਤ ਰਹਾਉ। ਮਨ ਬਿਲਾਸ ਪੈ ਸਾਹਿਬ ਕੇ, ਮਨ ਬਿਲਾਸ ਭੈ ਸਾਹਿਬ ਕੇ, ਮਨ ਬਿਲਾਸ ਭੈ ਸਾਹਿਬ ਕੇ, ਮਨ ਵਿਲਾਸ ਪੈ ਸਾਹਿਬ ਕੇ। ਅਚਰਜ ਦੇਖ ਬੜਾਈ, ਅਚਰਜ ਦੇਖ ਬੜਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ, ਪ੍ਰਭ ਪੂਰਨ ਪੈਜ ਰਖਾਈ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸਮਾਨ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸਮਾਨ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸਮਾਨ। ਹਾਥ ਦੇ ਰੱਖ ਆਪਣੇ ਕੋ, ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ, ਸਾਸ ਸਾਸ ਪ੍ਰਤਪਾਲੇ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸਮਾਨ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲੇ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲੇ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲੇ। ਵਾਹਿਗੁਰੂ ਜੀ, 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 ਵਾਹਿਗੁਰੂ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਸਿੱਧ